ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਸਨਮਾਨਯੋਗ ਗੁਰੂ ਸਾਹਿਬ ਜੀ ਕੀ ਸਾਜੀ ਹੋਈ ਸਾਧ ਸੰਗਤ ਜੀ, ਸਾਡੇ ਵੱਡੇ ਭਾਗ ਹਨ ਜੋ ਕਿ ਆਪਣੇ ਸਾਹਿਬ ਜੀ ਦੇ ਪਾਸ ਸਜਣ ਦਾ ਸਾਨੂੰ ਇਹ ਅਵਸਰ, ਇਹ ਕੀਮਤੀ ਸਮਾਂ ਪ੍ਰਾਪਤ ਹੋਇਆ ਹੈ। ਸੋ ਆਓ ਗੁਰਬਾਣੀ ਦੇ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ, ਅਦਬ ਤੇ ਸਤਿਕਾਰ ਨਾਲ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਨੂੰ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਹੈ, ਇਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਕਿ ਰਾਗ ਧਨਾਸਰੀ ਦੇ ਅੰਦਰ 687 ਅੰਗ ਤੋਂ ਆਰੰਭ ਹੋ ਕੇ 688 ਅੰਗ ਤੇ ਇਸ ਦੀ ਸੰਪੂਰਨਤਾ ਹੁੰਦੀ ਹੈ। ਇਸ ਸ਼ਬਦ ਦੇ ਅੰਦਰ ਇਨਸਾਨ ਦੇ ਅੰਦਰ ਜਿਹੜਾ ਇੱਕ ਭੁਲੇਖਾ ਹੁੰਦਾ, ਕਈ ਵਾਰ ਕੁਝ ਵਹਿਮ ਅਸੀਂ ਸਿਰਜ ਲੈਂਦੇ ਹਾਂ। ਕਈ ਗੱਲਾਂ ਪੁਰਾਤਨ ਸਮੇਂ ਤੋਂ ਚੱਲੀਆਂ ਆ ਰਹੀਆਂ ਹੁੰਦੀਆਂ ਨੇ, ਗਲਤ ਤਰੀਕੇ ਦੇ ਨਾਲ ਪਿੱਛੇ ਹੀ ਲੋਕ ਉਹਨਾਂ ਤੇ ਚੱਲਦੇ ਜਾਂਦੇ ਨੇ। ਉਹ ਇੱਕ ਰੀਤੀ ਜੀ ਬਣ ਜਾਂਦੀ ਆ, ਪਰ ਹੁੰਦੀ ਉਹ ਗਲਤ ਆ। ਲੋਕ ਉਹਨੂੰ ਕਰਦੇ ਨੇ। ਬਾਬਾ ਨਾਨਕ ਜੀ ਨੇ ਅੱਜ ਉਹਨੂੰ ਹੀ ਦੱਸਿਆ ਹੈ। ਜਿਵੇਂ ਕਿ ਨਾ ਪੁਰਾਤਨ ਸਮੇਂ ਦੇ ਵਿੱਚ ਕੀ ਹੁੰਦਾ ਸੀ, ਇੱਕ ਬਜ਼ੁਰਗ ਸੀ ਤੇ ਜਦੋਂ ਘਰੋਂ ਤੁਰਨ ਲੱਗਾ, ਸੌਦਾ ਲਿਆਉਣਾ ਸੀ ਹੱਟੀ ਤੋਂ, ਤੇ ਉਹਨੇ ਸੌਦੇ ਗਿਣੇ ਕਿ 5 ਚੀਜ਼ਾਂ ਨੇ ਜਿਹੜੀਆਂ ਲੈ ਕੇ ਆਉਣੀਆਂ ਨੇ ਹੱਟੀ ਤੋਂ, ਹੱਟ ਤੋਂ। ਉਹਨੇ ਆਪਣੇ ਜਿਹੜਾ ਪਰਨਾ ਸੀ ਨਾ ਮੋਢੇ ਤੇ ਰੱਖਿਆ, ਉਹਦੇ ਨਾਲ ਫਿਰ 5 ਗੰਢਾਂ ਦੇ ਦਿੱਤੀਆਂ ਵੀ ਦੁਕਾਨ ਤੇ ਜਾਊਂਗਾ, ਜੇ ਸੌਦੇ 4 ਦੇ ਦਿੱਤੇ ਤੇ ਯਾਦ ਆਊਗਾ ਵੀ ਇੱਕ ਚੀਜ਼ ਹਜੇ ਰਹਿ ਗਈ ਆ। ਤੇ ਉਹਦਾ ਜਿਹੜਾ ਪੋਤਾ ਸੀ ਜਾਂ ਪੁੱਤਰ ਸੀ, ਉਹ ਵੇਖਦੇ ਹੁੰਦੇ ਸੀ ਜਦੋਂ ਸਾਡਾ ਦਾਦਾ ਜਾਂ ਪਿਤਾ ਇੱਦਾਂ ਬਾਜ਼ਾਰ 'ਚ ਜਾਂਦਾ ਨਾ, ਤੇ ਉਹ ਗੰਢ ਮਾਰ ਲੈਂਦਾ ਹੈ ਆਪਣੇ ਪੱਲੇ ਨੂੰ, ਕੱਪੜਿਆਂ ਨੂੰ ਜਾਂ ਰੁਮਾਲ ਨੂੰ ਜਾਂ, ਪਰ ਅਸਲ ਚੀਜ਼ ਉਹਨਾਂ ਨੂੰ ਪਤਾ ਨਹੀਂ ਸੀ ਵਿਚਲੀ। ਉਹ ਵੀ ਉੱਦਾਂ ਹੀ ਕਰਨ ਲੱਗ ਗਏ, ਕਿਉਂਕਿ ਉਹਨਾਂ ਦਾ ਦਾਦਾ ਗੁਜ਼ਰ ਗਿਆ, ਚੜ੍ਹਾਈ ਕਰ ਗਿਆ, ਪਿੱਛੇ ਉਹ ਵੀ ਉੱਦਾਂ ਹੀ ਕਰਨ ਲੱਗ ਗਏ। ਜਦੋਂ ਬਾਜ਼ਾਰ ਜਾਣਾ ਤੇ ਗੰਢਾਂ ਮਾਰਨ ਲੱਗ ਜਾਣੀਆਂ। ਅਸਲੀ ਚੀਜ਼ ਦਾ ਉਹਨਾਂ ਨੂੰ ਨਹੀਂ ਸੀ ਪਤਾ ਵੀ ਉਹ ਕਿਉਂ ਮਾਰਦਾ ਸੀ। ਤਾਂ ਕੁਝ ਇੱਦਾਂ ਦੀਆਂ ਹੀ ਰੀਤਾਂ, ਇਹ ਤਾਂ ਇੱਕ ਉਦਾਹਰਨ ਦਿੱਤੀ ਆ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ, ਕਿ ਲੋਕ ਜਿਹੜੇ ਹਨ ਨਾ, ਲੋਕ, ਉਹਨਾਂ ਨੂੰ ਅਸਲ ਚੀਜ਼ ਦਾ ਪਤਾ ਹੀ ਨਹੀਂ ਕੀ ਆ, ਪਰ ਉਹ ਕਰ ਰਹੇ ਨੇ ਉਹ ਚੀਜ਼ਾਂ। ਇੱਦਾਂ ਹੀ ਬਹੁਤ ਸਾਰੇ ਸਾਡੇ ਰੀਤੀ ਰਿਵਾਜ ਨੇ, ਸਮਾਜਿਕ ਕ੍ਰਿਤੀਆਂ ਵੀ ਹੈਗੀਆਂ ਨੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਤੀਰਥ ਸ਼ਬਦ ਬਾਰੇ, ਜਿਹੜਾ ਅਸਲੀ ਤੀਰਥ ਕੀ ਆ, ਅੱਜ ਦਾ ਜਿਹੜਾ ਕਨਸੈਪਟ ਆ ਕੇਂਦਰੀ ਭਾਵਾ ਹੁਕਮਨਾਮੇ ਦਾ, ਅਸਲ ਤੀਰਥ ਕੀ ਹੁੰਦਾ ਹੈ, ਇਹ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ। ਸੋ ਆਓ ਆਪਾਂ ਇਹਦੀ ਵਿਚਾਰ ਕਰੀਏ ਪਿਆਰ ਦੇ ਨਾਲ। ਮਹਿੰਗੀਆਂ ਗੱਲਾਂ ਨੇ ਬਾਬੇ ਦੀਆਂ, ਸਾਰੇ ਸਰੀਰ ਨੂੰ ਕੰਨ ਬਣਾ ਕੇ ਸੁਣਿਓ। ਇੱਧਰ ਉੱਧਰ ਹੋਵੋਗੇ ਤਾਂ ਲੰਘ ਜਾਣਗੀਆਂ, ਪੂਰੇ ਗੌਰ ਦੇ ਨਾਲ ਸੁਣਿਓ। ਧਨਾਸਰੀ ਮਹੱਲਾ ਪਹਿਲਾ।
ਰਾਗ ਹੈ ਧਨਾਸਰੀ। ਗੁਰੂ ਨਾਨਕ ਸਾਹਿਬ ਜੀ ਦੀ ਇਹ ਬਾਣੀ ਆ। ਅੱਗੇ ਕਾਵਿ ਛੰਦ ਦਾ ਨਾਮ ਹੈ ਸ਼ੰਤ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ। ਕਹਿੰਦੇ ਦੁਨੀਆ ਦੇ ਲੋਕ ਜਿਹੜੇ ਨੇ ਤੀਰਥਾਂ ਤੇ ਜਾਂਦੇ ਨੇ। ਤੀਰਥਾਂ ਤੇ ਜਾਣਾ ਕੋਈ ਮਾੜੀ ਗੱਲ ਨਹੀਂ ਹੈਗੀ। ਤੀਰਥਾਂ ਤੇ ਜਾਣਾ ਮਾੜੀ ਗੱਲ ਨਹੀਂ। ਨਾ ਹੀ ਧਾਰਮਿਕ ਸਥਾਨ ਮਾੜੇ ਨੇ, ਨਾ ਹੀ ਉਹਨਾਂ ਦੇ ਦਰਸ਼ਨ ਕਰਨੇ ਮਾੜੇ ਨੇ। ਪਰ ਜਦੋਂ ਤੁਸੀਂ ਸਿਰਫ ਤੇ ਸਿਰਫ ਇਹ ਮੰਨ ਲੈਂਦੇ ਹੋ ਕਿ ਅਸੀਂ ਸਿਰਫ ਧਾਰਮਿਕ ਸਥਾਨ ਤੇ ਜਾਣਾ, ਉੱਥੇ ਮੱਥਾ ਟੇਕਣਾ, ਜੇ ਉੱਥੇ ਕੋਈ ਸਰੋਵਰ ਆ ਤੇ ਜਾਂ ਕੋਈ ਗੰਗਾ ਵਗਦੀ ਆ, ਕੋਈ ਵੀ ਆ, ਉਹਦੇ ਵਿੱਚ ਡੁੱਬੀ ਲਾਉਣੀ ਆ, ਚੁਬਕੀ ਲਾਉਣੀ ਆ, ਚੁਬਕੀ ਲਾ ਕੇ ਬਾਹਰ ਆ ਜਾਣਾ, ਇੰਨੇ ਨਾ ਸਰ ਜੇਗਾ, ਫਿਰ ਬਹੁਤ ਮਾੜਾ। ਦੇਖੋ ਸਰੋਵਰਾਂ ਤੇ ਜਾਣਾ ਨਹੀਂ ਮਾੜਾ। ਗੰਗਾ ਨਹਾਉਣ ਜਾਂਦੇ ਸੀ ਲੋਕ, ਪ੍ਰਯਾਗਰਾਜ ਜਾਂਦੇ ਸੀ, ਕੋਈ ਵੀ ਆ। ਗੁਰੂ ਘਰੇ ਜਾਣਾ ਥੋੜ੍ਹੀ ਮਾੜਾ। ਮੰਦਿਰ 'ਚ ਜਾਣਾ ਵੀ ਨਹੀਂ ਮਾੜਾ, ਮਸਜਿਦ ਵਿੱਚ ਜਾਣਾ ਵੀ ਨਹੀਂ ਮਾੜਾ, ਚਰਚ ਵਿੱਚ ਜਾਣਾ ਵੀ ਨਹੀਂ ਮਾੜਾ। ਪਰ ਜਦੋਂ ਤੁਸੀਂ ਸਿਰਫ ਤੀਰਥਾਂ 'ਤੇ ਜਾਂਦੇ ਹੋ, ਉੱਥੇ ਜਾ ਕੇ ਚੁੱਭੀ ਲਾ ਕੇ ਇਹ ਸੋਚ ਲੈਂਦੇ ਹੋ ਕਿ ਬਸ ਗੱਲ ਖਤਮ ਹੋ ਗਈ, ਉਹ ਬੜਾ ਮਾੜਾ ਹੈ। ਉਹਦੇ ਨਾਲ ਬਾਬਾ ਨਾਨਕ ਜੀ ਕਹਿੰਦੇ ਛੁਟਕਾਰਾ ਨਹੀਂ ਹੋਣਾ। ਭਾਵ ਤੁਹਾਨੂੰ ਗੁਰੂ ਸਾਹਿਬ ਦੇ ਨਾਮ ਦੀ, ਉਹਦੀ ਬੰਦਗੀ ਦੀ, ਉਹਦੀ ਸਿੱਖਿਆ ਦੀ, ਉਹਦੇ ਗਿਆਨ ਦੀ, ਉਹਦੀ ਬਾਣੀ ਦੀ, ਵਿਚਾਰ ਦੀ ਤੁਹਾਨੂੰ ਬਹੁਤ ਲੋੜ ਆ। ਅੱਗੇ ਸ਼ਬਦ ਆ ਤੀਰਥ। ਅਸਲੀ ਤੀਰਥ ਕੀ ਆ? ਅਸਲੀ ਤੀਰਥ ਹੈ ਸ਼ਬਦ ਵਿਚਾਰ। ਗੁਰਬਾਣੀ ਦੀ ਜਿਹੜੀ ਸਮਝ ਆ ਉਹਨੂੰ ਪ੍ਰਾਪਤ ਕਰਨਾ। ਗੁਰਬਾਣੀ ਦੇ ਅੱਖਰੀ ਅਰਥ ਪੜ੍ਹਨੇ, ਪਹਿਲਾਂ ਉਹਦੇ ਭਾਵ ਅਰਥ ਪੜ੍ਹਨੇ, ਉਹਨੂੰ ਵਿਚਾਰਨਾ, ਸਮਝ ਬਾਣੀ ਨੂੰ ਪੜ੍ਹਨਾ ਹੀ ਅਸਲ ਤੀਰਥ ਹੈ। ਅਸਲ ਤੀਰਥ ਕੀ ਆ? ਸਮਝ ਕੇ ਬਾਣੀ ਨੂੰ ਪੜ੍ਹਨਾ ਅਸਲ ਤੀਰਥ ਆ। ਗੁਰੂ ਅਰਜਨ ਦੇਵ ਜੀ ਤੋਂ ਕਿਸੇ ਨੇ ਪੁੱਛਿਆ, ਉਹਨਾਂ ਦੇ ਜੀਵਨ ਦੀ ਇੱਕ ਸਾਖੀ ਆ। ਕਹਿੰਦੇ ਤੀਰਥਾਂ 'ਤੇ ਲੋਕ ਜਾਂਦੇ ਨੇ, ਤੁਹਾਡਾ ਇਹਦੇ ਬਾਰੇ ਕੀ ਖਿਆਲ ਆ? ਗੁਰੂ ਅਰਜਨ ਦੇਵ ਜੀ ਕਹਿੰਦੇ ਤੀਰਥ ਜਾਓ ਤਾਂ ਹਉ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਕਹਿੰਦੇ ਜਿਹੜੇ ਤੀਰਥਾਂ 'ਤੇ ਜਾਂਦੇ ਨੇ, ਮੈਂ ਜ਼ਿਆਦਾ ਕਰਕੇ ਦੇਖਿਆ ਵੀ ਉਹ ਹਉ ਕਰਦੇ ਜਾਂਦੇ ਨੇ। ਉਹਨਾਂ ਦੇ ਦਿਲਾਂ ਵਿੱਚ ਇੱਕ ਹੰਕਾਰ ਹੋ ਜਾਂਦਾ, ਇਤਨਾ ਜ਼ਿਆਦਾ ਹੰਕਾਰ ਵੀ ਅਸੀਂ ਉੱਥੇ ਜਾਏ ਤੇ ਦੂਜਾ ਬੰਦਾ ਰਹਿ ਗਿਆ। ਨਾਲੇ ਉਹ ਧਾਰਮਿਕ ਸਥਾਨਾਂ 'ਤੇ ਸੇਵਾ ਕਰੀ ਜਾਂਦੇ ਨੇ, ਨਾਲੇ ਹੰਕਾਰ ਕਰੀ ਜਾਂਦੇ ਨੇ। ਇਹ ਵੀ ਮੰਨਿਆ ਜਾਂਦਾ ਵਿਦਵਾਨਾਂ ਦੁਆਰਾ ਕਿ ਜਿਹੜਾ ਪ੍ਰਸਾਦ ਆ, ਜੋ ਪ੍ਰਸਾਦ ਆਪਾਂ ਲਿਆਉਂਦੇ ਆ ਕਿਤੇ ਧਾਰਮਿਕ ਸਥਾਨਾਂ ਤੋਂ, ਦੇ ਘਰਾਂ ਵਿੱਚ ਜੋ ਵੰਡਦੇ ਨੇ, ਉਹਦਾ ਅਸਲ ਮਕਸਦ ਜਿਹੜਾ ਬੰਦੇ ਦੀ ਅੰਦਰ ਇਹ ਆ ਵੀ ਮੈਂ ਉੱਥੇ ਜਾ ਆਇਆ ਹਾਂ, ਦੱਸਣਾ ਹੁੰਦਾ ਵੀ ਮੈਂ ਫਲਾਣੀ ਜਗ੍ਹਾ ਜਾ ਆਇਆ। ਵਿਦਵਾਨ ਇੱਦਾਂ ਮੰਨਦੇ ਨੇ। ਤਾਂ ਗੁਰੂ ਅਰਜਨ ਦੇਵ ਜੀ ਨੇ ਵੀ ਇਹ ਗੱਲ ਕਹੀ ਆ, ਤੀਰਥ ਜਾਓ ਤਾਂ ਹਉ ਕਰਤੇ। ਦੁਨੀਆ ਦੇ ਲੋਕ ਤੀਰਥਾਂ 'ਤੇ ਤਾਂ ਜਾਂਦੇ ਨੇ, ਪਰ ਉਹਨਾਂ ਦੀ ਮੈਂ ਨਹੀਂ ਖਤਮ ਹੁੰਦੀ। ਉਹਨਾਂ ਦੀ ਹਉਮੈ ਜਿਹੜੀ ਆ, ਭਾਵ ਉਹਨਾਂ ਦੀ ਮੈਂ ਜਿਹੜੀ ਆ, ਉਹ ਖਤਮ ਨਹੀਂ ਹੁੰਦੀ। ਕਿਉਂਕਿ ਤੀਰਥਾਂ 'ਤੇ ਜਾ ਕੇ ਵੀ ਉਹ ਨਹੀਂ ਕਰਦੇ ਜੋ ਉਹਨਾਂ ਕਰਨਾ ਸੀ। ਤੀਰਥਾਂ 'ਤੇ ਜਾਣਾ ਮਾੜੀ ਗੱਲ ਨਹੀਂ, ਪਰ ਤੀਰਥਾਂ 'ਤੇ ਜਾ ਕੇ ਉਹ ਗੱਲਾਂ ਕਰਨੀਆਂ ਜਿਹੜੀਆਂ ਗੁਰੂ ਜੀ ਹਟਾਉਂਦੇ ਨੇ, ਤੇ ਉਹ ਗੱਲਾਂ ਕਰਨੀਆਂ ਜਿਹੜੀਆਂ ਗੁਰੂ ਮਹਾਰਾਜ ਰੋਕਦੇ ਨੇ, ਤਾਂ ਫਿਰ ਬਹੁਤ ਮਾੜਾ। ਤਾਂ ਇਸ ਕਰਕੇ ਅਸਲੀ ਤੀਰਥ ਕੀ ਆ? ਜਦੋਂ ਤੁਸੀਂ ਬਾਣੀ ਨੂੰ ਪੜ੍ਹਦੇ ਹੋ ਸਮਝ ਕੇ, ਉਹੀ ਅਸਲੀ ਤੀਰਥ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ। ਕਹਿੰਦੇ ਨੇ 10 ਦਿਨ ਮੰਨੇ ਜਾਂਦੇ ਨੇ
ਉਹਦੇ ਵਿੱਚ ਦਸਵੀਆਂ ਜਾਂ ਆਪਾਂ ਵੀਕ ਦੇ ਜਿਹੜੇ ਹੁੰਦੇ ਨੇ ਉਹਦੇ ਵਿੱਚ ਕੁਝ ਦਿਨ ਹੁੰਦੇ ਨੇ, ਮਹੀਨੇ ਵਿੱਚ ਕੁਝ ਦਿਨ ਹੁੰਦੇ ਨੇ, ਪੁੰਨਿਆ ਹੁੰਦੀ ਆ, ਮੱਸਿਆ ਹੁੰਦੀ ਆ, ਸੰਗਰਾਂਦ ਹੁੰਦੀ ਆ, ਇੱਦਾਂ ਮਿਲਾ ਕੇ ਸੁਦੀ ਹੁੰਦੀ ਆ, ਵਧੀ ਹੁੰਦੀ ਆ, 10 ਪੁਰਬ ਗਿਣੇ ਜਾਂਦੇ ਨੇ। ਅਤੇ ਜਾਂ ਫਿਰ ਉਹ ਜਿਹੜੀ ਗੰਗਾ ਵਗਦੀ ਸੀ ਉਹਦਾ ਜਨਮ ਦਿਨ ਉਹ ਮਨਾ ਲੈਂਦੇ ਸੀ ਲੋਕ, ਤਾਂ ਇੱਦਾਂ ਕੁਝ ਰੱਖ ਲੈਂਦੇ ਸੀ ਦਿਨ। ਗੁਰੂ ਨਾਨਕ ਸਾਹਿਬ ਜੀ ਦਾ ਜੋ ਬਚਨ ਆ ਉਹ ਕਹਿੰਦੇ ਗੁਰੂ ਦਾ ਗਿਆਨ ਹੀ, ਗੁਰੂ ਦੀ ਸਿੱਖਿਆ ਹੀ ਮੇਰੇ ਵਾਸਤੇ ਸੰਗਰਾਂਦ ਹੈ, ਮੇਰੇ ਵਾਸਤੇ ਪੁੰਨਿਆ ਹੈ, ਮੇਰੇ ਵਾਸਤੇ ਮੱਸਿਆ ਹੈ, ਮੇਰੇ ਵਾਸਤੇ ਦਸਵੀਂ ਆ। ਗੁਰੂ ਦਾ ਗਿਆਨ ਹੀ ਭਾਵ ਬਾਣੀ ਨੂੰ ਸਮਝ ਕੇ ਪੜ੍ਹਨਾ ਹੀ ਮੇਰੇ ਲਈ ਸੰਗਰਾਂਦ ਮਨਾਉਣਾ ਹੈ, ਮੱਸਿਆ ਮਨਾਉਣਾ ਹੈ, ਪੁੰਨਿਆ 'ਤੇ ਜਾਣਾ ਹੈ। ਬਸ ਜਪਜੀ ਸਾਹਿਬ ਦਾ ਗੁਟਕਾ ਲੈ ਕੇ ਉਹਨੂੰ ਪਿਆਰ ਨਾਲ ਪੜ੍ਹਨਾ, ਉਹਦੇ ਵਿੱਚ ਭਾਵ ਹੋਵੇ, ਉਹਦੇ ਅਰਥ ਸਮਝਣੇ। ਕੋਈ ਵੀ ਬਾਣੀ ਆ, ਜਾਪ ਸਾਹਿਬ ਆ, ਚੌਪਈ ਸਾਹਿਬ ਆ, ਸ਼ੁਰੂਆਤ ਜਪਜੀ ਸਾਹਿਬ ਤੋਂ ਹੀ ਹੋਵੇਗੀ, ਤਾਂ ਆਪਾਂ ਜਪਜੀ ਸਾਹਿਬ ਲੈ ਰਹੇ ਹਾਂ। ਅਤੇ ਜਪਜੀ ਸਾਹਿਬ ਦੇ ਅਰਥਾਂ ਨੂੰ ਪੜ੍ਹਨਾ ਹੀ ਸੰਗਰਾਂਦ ਮਨਾਉਣਾ ਹੈ, ਅਸਲੀ ਸੰਗਰਾਂਦ। ਜੇ ਅਸੀਂ ਸੰਗਰਾਂਦ ਵੀ ਮਨਾਉਂਦੇ ਹਾਂ, ਬਾਣੀ ਵੀ ਨਹੀਂ ਪੜ੍ਹਦੇ, ਬਾਣੀ ਨੂੰ ਭਾਵ ਸਮਝਦੇ ਨਹੀਂ ਹੈਗੇ, ਫਿਰ ਤੀਰਥਾਂ 'ਤੇ ਵੀ ਜਾਂਦੇ ਹਾਂ, ਫਿਰ ਉਹਦਾ ਕੋਈ ਫਾਇਦਾ ਨਹੀਂ, ਫਿਰ ਉਹਦਾ ਕੋਈ ਮੁੱਲ ਨਹੀਂ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਦੁਨੀਆ ਦੇ ਲੋਕ ਰੋਗੀ ਨੇ, ਨਾਮ ਜਿਹੜੀ ਆ ਉਹਨਾਂ ਦੀ ਦਵਾਈ ਆ, ਜਪਜੀ ਸਾਹਿਬ ਦੀ ਬਾਣੀ ਉਹਨਾਂ ਦੀ ਦਵਾਈ ਆ। ਮੈਲ ਲਾਗੈ ਸੱਚ ਬਿਨਾ, ਅਤੇ ਸੱਚ ਤੋਂ ਬਿਨਾ ਭਾਵ ਕੋਈ ਬੰਦਾ ਹੋਵੇ ਉਹ ਪਿੰਡੇ ਨਹਾ ਕੇ ਗੁਰੂ ਮਹਾਰਾਜ ਕੋਲ ਆ ਜਾਵੇ, ਪਰ ਉਹਦੇ ਅੰਦਰ ਜਿਹੜੀ ਅੰਦਰ ਮੈਲ ਹੋਵੇ। ਗੁਰੂ ਸਾਹਿਬ ਜੀ ਉਹਨੂੰ ਪਤਾ ਕੀ ਕਹਿੰਦੇ ਨੇ, ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਧੋਏ। ਜਿਹੜੇ ਪਿੰਡੇ ਨੂੰ ਧੋਂਦੇ ਨੇ, ਭਾਵ ਇਕੱਲਾ ਪਿੰਡੇ ਨੂੰ ਧੋਂਦੇ ਨੇ, ਮਨ ਦਾ ਖਿਆਲ ਹੀ ਨਹੀਂ ਕਰਦੇ, ਉਹ ਸੁੱਚੇ ਨਹੀਂ ਹੋ ਸਕਦੇ। ਸਰੀਰ ਦੀ ਸਫਾਈ ਬੜੀ ਜ਼ਰੂਰੀ ਆ, ਇਸ਼ਨਾਨ ਬਹੁਤ ਜ਼ਰੂਰੀ ਆ, ਪਰ ਇਸ਼ਨਾਨ ਦੇ ਨਾਲ ਮਨ ਜਿਹੜਾ ਤੁਹਾਡਾ ਜੇਕਰ ਮੈਲਾ ਹੈ ਉਹਨੂੰ ਗੁਰੂ ਕਬੂਲ ਨਹੀਂ ਕਰਦਾ। ਸੂਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ, ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਸੁੱਚੇ ਉਹ ਹੁੰਦੇ ਨੇ ਜਿਨ੍ਹਾਂ ਦੇ ਮਨ ਵਿੱਚ ਰੱਬ ਦੀ ਯਾਦ ਹੁੰਦੀ ਆ ਜਾਂ ਚੰਗੇ ਗੁਣ ਹੁੰਦੇ ਨੇ। ਭਗਤ ਫਰੀਦ ਜੀ, ਸਾਨੂੰ ਉਹਨਾਂ ਦੀ ਇੱਕ ਸਾਖੀ ਆਉਂਦੀ ਬੜੀ ਪਿਆਰੀ, ਕਲੀਅਰ ਹੋ ਜੂਗੀ ਇਹ ਗੱਲ ਤੁਹਾਨੂੰ ਹੋਰ ਵੀ। ਉਹਨਾਂ ਦੇ ਪਾਸ ਨਾ ਕੁਝ ਚੇਲੇ ਚੱਲ ਕੇ ਆਏ, ਭਗਤ ਫਰੀਦ ਜੀ ਦੇ ਵੀ ਮਰੀਦ ਸਨ। ਉਹਨਾਂ ਨੂੰ ਵੀ ਬਹੁਤਿਆਂ ਨੇ ਆਪਣਾ ਗੁਰੂ ਮੰਨਿਆ ਹੈ। ਕਹਿਣ ਲੱਗੇ, ਭਗਤ ਜੀ ਅਸੀਂ ਤੀਰਥਾਂ 'ਤੇ ਜਾਣਾ, ਜਿੱਦਾਂ ਆਪਾਂ ਕਹਿੰਦੇ ਹਾਂ। ਕਹਿੰਦੇ ਠੀਕ ਆ, ਚੰਗੀ ਗੱਲ ਆ, ਕੋਈ ਮਾੜੀ ਗੱਲ ਨਹੀਂ। ਕਹਿੰਦੇ ਗੰਗਾ ਨਹਾਵਾਂਗੇ, ਸਰਸਵਤੀ ਜਾਵਾਂਗੇ, ਤਰ੍ਹਾਂ ਤਰ੍ਹਾਂ ਦੀਆਂ ਨਦੀਆਂ ਹਨ, ਬਹੁਤ ਕੁਝ ਆ ਜੇ ਤੁਸੀਂ ਜਾਣਾ। 68 ਤੀਰਥ ਆ ਬਾਣੀ ਕਹਿੰਦੀ। ਉਹ ਕਹਿੰਦੇ ਫਿਰ ਇੱਦਾਂ ਕਰੋ, ਇੱਕ ਮੇਰੇ ਕੋਲ ਇੱਕ ਤੂੰਬੜੀ ਆ, ਇੱਕ ਜਿਹੜੀ ਹੁੰਦੀ ਆ ਨਾ ਲੌਕੀ ਹੁੰਦੀ ਆ, ਉਹਦੇ ਤਰ੍ਹਾਂ ਦਾ ਹੀ ਇੱਕ ਫਲ ਆ। ਤੂੰਬੜੀ ਇੱਕ ਫਲ ਆ, ਪਰ ਇਹਦੇ ਅੰਦਰ ਬਹੁਤ ਕੜੱਤਣ ਹੁੰਦੀ ਆ, ਇਹਨੂੰ ਆਪਾਂ ਖਾ ਨਹੀਂ ਸਕਦੇ। ਭਾਵ ਦੀ ਜੇ ਚਟਣੀ ਬਣਾ ਕੇ ਆਪਾਂ ਖਾਣੀ ਚਾਹੀਏ ਤਾਂ ਖਾਧੀ ਨਹੀਂ ਜਾਵੇਗੀ, ਕੌੜਾ ਫਲ ਆ ਇਹ। ਅਤੇ ਉਹ ਕਹਿੰਦੇ ਇਉਂ ਕਰੋ, ਇਹਨੂੰ ਵੀ ਨਵਾ ਲਿਆਓ। ਉਹਨਾਂ ਨੇ ਤੂੰਬੜੀ ਉਹਨਾਂ ਨੂੰ ਦੇ ਦਿੱਤੀ ਭਗਤ ਫਰੀਦ ਜੀ ਨੇ। ਉਹ ਜਿੱਥੇ ਜਿੱਥੇ ਜਾਂਦੇ ਨੇ ਆਪ ਨਹਾਉਂਦੇ ਨੇ, ਤੂੰਬੜੀ ਨੂੰ ਵੀ ਨਹਾਉਂਦੇ ਨੇ। ਉਹ ਜਿਹੜਾ ਫਲ ਲੈ ਕੇ ਗਏ ਸੀ ਨਾਲ, ਸਬਜ਼ੀ ਲੈ ਕੇ ਗਏ ਸੀ, ਉਹ ਬੂਟਾ ਜਿਹੜਾ ਸੀ ਉਹ ਤੋਂ ਉੱਗਿਆ ਹੋਇਆ ਇੱਕ ਫਲ ਦੀ ਤਰ੍ਹਾਂ ਦਾ ਹੁੰਦਾ ਹੈ। ਅਤੇ ਉਹ ਸਾਰੇ ਜਗ੍ਹਾ ਉਹਨਾਂ ਨੇ ਨਿਭਾਲੀ ਉਹ ਤੂੰਬੜੀ। ਵਾਪਸ ਆਏ, ਕਈ ਦਿਨ ਲੱਗ ਗਏ, ਪੁਰਾਣਾ ਜ਼ਮਾਨਾ ਲਿਆ ਕੇ ਭਗਤ ਜੀ ਨੂੰ ਪਕੜਾ ਦਿੱਤੀ। ਅਤੇ ਭਗਤ ਜੀ ਕਹਿੰਦੇ ਬੈਠੋ, ਅਤੇ ਉਹਨਾਂ ਨੇ ਉਹਦੀ ਚਟਣੀ ਕੁੱਟੀ, ਭਗਤ ਫਰੀਦ ਜੀ ਨੇ ਖੁਦ, ਅਤੇ ਕੁੱਟ ਕੇ ਨਾ ਕੁੰਡੇ ਦੇ ਵਿੱਚ ਅਤੇ ਪ੍ਰਸ਼ਾਦਿਆਂ 'ਤੇ ਰੱਖ ਕੇ ਖਵਾਈ, ਅਤੇ ਉਹਨੂੰ ਥੁੱਕ ਦਿੱਤਾ। ਕਹਿੰਦੇ ਭਗਤ ਜੀ ਅੱਗੇ ਜਦੋਂ ਆਉਂਦੇ ਹਾਂ ਵੀ ਸ਼ੱਕਰ ਦੇ ਨਾਲ ਪ੍ਰਸ਼ਾਦਾ ਛਕਾਉਂਦੇ ਹੋ, ਬਹੁਤ ਵਧੀਆ ਵਧੀਆ ਜੋ ਵੀ ਹੁੰਦਾ ਤੁਹਾਡੇ ਡੇਰੇ ਵਿੱਚ, ਪਰ ਅੱਜ ਕੀ ਹੋ ਗਿਆ? ਅੱਜ ਇੰਨੀ ਕੜੱਤਣ ਕੀ ਆ ਇਹ? ਕਹਿੰਦੇ ਉਹੀ ਆ ਜਿਹਨੂੰ ਤੀਰਥਾਂ 'ਤੇ ਤੁਸੀਂ ਲੈ ਕੇ ਗਏ ਸੀ। ਬਾਹਰ ਧੋਤੀ ਤੂੰਬੜੀ, ਬਾਣੀ ਦੀਆਂ ਪੰਕਤੀਆਂ ਨੇ, ਅੰਦਰ ਵਿਸ ਨਕੋਰ। ਵਿਸ ਕਹਿੰਦੇ ਨੇ ਜ਼ਹਿਰ ਨੂੰ। ਸਾਧ ਭਲੇ ਜਨ ਨਹਾਤੇ ਆ, ਚੋਰ ਸੇ ਚੋਰਾਂ ਚੋਰ। ਇਸ ਕਰਕੇ
ਆਪਣਾ ਵੀ ਉਹ ਹਾਲ ਆ। ਭਗਤ ਫਰੀਦ ਜੀ ਕਹਿੰਦੇ ਅਸਲ ਵਿੱਚ ਮੈਂ ਤੁਹਾਨੂੰ ਦੱਸਣਾ ਇਹ ਸੀ ਕਿ ਬੰਦਾ ਬਾਹਰੋਂ ਜਿੰਨਾ ਮਰਜ਼ੀ ਨਹਾ ਲਵੇ ਇਹ ਤੁੰਮੜੀ ਦੇ ਵਾਂਗ, ਪਰ ਜੇ ਉਹ ਗੁਰੂ ਦੇ ਗਿਆਨ ਨਾਲ ਨਹੀਂ ਜੁੜਦਾ ਉਹਦੀ ਕੜੱਤਣ ਨਹੀਂ ਜਾਂਦੀ, ਉਹਦੀ ਕੜੱਤਣ ਨਹੀਂ ਜਾਂਦੀ। ਜਿਸ ਦਿਨ ਬੰਦਾ ਗੁਰੂ ਨਾਲ ਜੁੜ ਜਾਂਦਾ ਹੈ ਉਸ ਦਿਨ ਉਹਦੀ ਘਾੜਤ ਘੜੀ ਜਾਂਦੀ ਹੈ। ਲੱਕੜਾਂ ਨੇ ਘੜਤੀਆਂ ਦਰਵਾਜ਼ੇ ਬਣ ਗਏ, ਘੜਤੀਆਂ ਰੇਲਿੰਗ ਬਣ ਗਈ ਘਰ ਵਿੱਚ ਚੜਾਉਣ ਵਾਲੀ ਪੌੜੀਆਂ 'ਤੇ, ਘੜਤੀਆਂ ਬਾਲਣ ਨਹੀਂ ਰਹੀਆਂ ਹੁਣ ਲੱਕੜ ਨਹੀਂ ਰਹੀ। ਮੰਨ ਲਓ ਇੱਦਾਂ ਵੱਧ ਸਮਝ ਜਾਓਗੇ, ਪੱਥਰ ਮੰਨ ਲਓ ਕਿਸੇ ਦੇ ਹੱਥ ਵਿੱਚ ਆ ਜਾਵੇ, ਝੱਲੇ ਬੰਦੇ ਦੇ, ਕਮਲੇ ਬੰਦੇ ਦੇ, ਉਹ ਜ਼ਖਮ ਬਣ ਜਾਏਗਾ। ਇੱਕ ਕਾਰੀਗਰ ਦੇ ਹੱਥ ਵਿੱਚ ਆ ਜੇ ਪੱਥਰ ਤੇ ਉਹ ਮੂਰਤੀ ਬਹੁਤ ਸੋਹਣੀ ਕਲਾ ਦੇ ਨਾਲ ਇੱਕ ਸੁੰਦਰ ਮੂਰਤੀ ਬਣ ਜਾਏਗੀ। ਜਿਸ ਦਿਨ ਤੁਹਾਡਾ ਮਨ ਗੁਰਬਾਣੀ ਦੇ ਹੱਥਾਂ ਵਿੱਚ ਆ ਜਾਏਗਾ ਉਸ ਦਿਨ ਇਹ ਸੋਹਣਾ ਬਣ ਜਾਏਗਾ। ਜਿਸ ਦਿਨ ਤੁਸੀਂ ਇਹਨੂੰ ਆਪਣੇ ਝੱਲੇਪਣ ਦੇ ਨਾਲ ਚਲਾਓਗੇ ਉਸ ਦਿਨ ਇਹ ਜ਼ਖਮ ਬਣ ਜਾਏਗਾ। ਦੂਜਿਆਂ ਦੇ ਵੀ ਬਣੇਗਾ, ਤੁਹਾਡੇ ਤਾਂ ਬਣੇਗਾ ਹੀ। ਤਾਂ ਇਸ ਕਰਕੇ ਨਾ ਜਪਜੀ ਸਾਹਿਬ ਦੇ ਗੁਟਕਿਆਂ ਦੇ ਅਰਥ ਲਿਆਓ ਘਰਾਂ ਵਿੱਚ। ਇੱਕ ਦੁਕਾਨ 'ਤੇ ਜਾਓ, ਕਿਤਾਬਾਂ ਵਾਲੀਆਂ ਦੁਕਾਨਾਂ ਹਰ ਸ਼ਹਿਰ ਵਿੱਚ ਹੁੰਦੀਆਂ ਨੇ, ਕੱਪੜਿਆਂ ਵਾਲੀਆਂ ਦੁਕਾਨਾਂ ਦਾ ਸਾਨੂੰ ਪਤਾ, ਜਿੱਥੋਂ ਆਪਾਂ ਬੂਟ ਖਰੀਦਦੇ ਹਾਂ ਉਹਨਾਂ ਦਾ ਵੀ ਸਾਨੂੰ ਪਤਾ, ਬਹੁਤ ਰਾਸ਼ਨ ਖਰੀਦਦੇ ਹਾਂ ਸਭ ਨੂੰ ਹੀ ਪਤਾ। ਇੱਕ ਨਾ ਸ਼ਹਿਰ ਦੇ ਵਿੱਚ ਇੱਕ ਕਿਤਾਬ ਵਾਲੀ ਦੁਕਾਨ ਵੀ ਹੁੰਦੀ ਹੈ, ਕਿਤਾਬਾਂ ਵਾਲੀ ਦੁਕਾਨ ਵੀ ਹੁੰਦੀ ਹੈ। ਉੱਥੇ ਜਾਓ, ਉਹਨਾਂ ਨੂੰ ਆਖੋ ਭਾਈ ਜਪਜੀ ਸਾਹਿਬ ਦੇ ਅਰਥਾਂ ਵਾਲੀ ਜਿਹੜੀ ਪੁਸਤਕ ਆ ਉਹ ਸਾਨੂੰ ਦੇ। ਗੁਰਬਾਣੀ ਆ, ਗੁਰਬਾਣੀ ਤਾਂ ਅਥਾਹ ਸਮੁੰਦਰ ਆ, ਅਸੀਂ ਤਾਂ ਜਪਜੀ ਸਾਹਿਬ ਦੇ ਅਰਥ ਹੀ ਪੜ੍ਹ ਲਈਏ ਨਾ, ਸਾਨੂੰ ਇੰਨਾ ਹੀ ਬਹੁਤ ਆ। ਉਹਨੂੰ ਕਹੋ ਸ਼ੌਪਕੀਪਰ ਨੂੰ ਜੋ ਦੁਕਾਨਦਾਰ ਆ ਕਿ ਮੈਨੂੰ ਇੱਕ ਕਿਤਾਬ ਦੇ ਜਾਂ ਪੋਥੀ ਸਾਹਿਬ ਦੇ ਜਿਹਦੇ ਵਿੱਚ ਜਪਜੀ ਸਾਹਿਬ ਦੇ ਅਰਥ ਲਿਖੇ ਹੋਏ ਦੇ। ਜਦੋਂ ਤੁਸੀਂ ਖੁਦ ਲੈ ਕੇ ਉਹਨੂੰ ਪੜ੍ਹਦੇ ਹੋ ਤਾਂ ਉਦੋਂ ਤੁਹਾਨੂੰ ਵੱਧ ਕਦਰ ਆਉਂਦੀ। ਜੇ ਤੁਹਾਨੂੰ ਮੁਫਤ ਇੱਦਾਂ ਦੇ ਦਿੱਤੀਆਂ ਜਾਣਗੀਆਂ ਕਿਤਾਬਾਂ, ਤੁਹਾਡੇ 'ਚੋਂ ਕੋਈ ਨਹੀਂ ਪੜ੍ਹੇਗਾ। ਅਸੀਂ ਇਹ ਕਰਕੇ ਦੇਖ ਚੁੱਕੇ ਹਾਂ। ਪੋਥੀ ਸਾਹਿਬ ਵੀ ਜਿਹੜੀਆਂ ਟਰਸਟਾਂ ਨੇ, ਸੁਕ੍ਰਿਤ ਟਰਸਟ ਨੇ ਵੰਡੀਆਂ, ਉਹ ਸੰਗਤਾਂ ਨੇ ਫਿਰ ਗੁਰਦੁਆਰੇ ਵਾਪਸ ਇੱਦਾਂ ਰਿਵਰਸ ਹੋ ਗਈਆਂ, ਬੈਕ ਮਾਰੀਆਂ। ਉਹ ਕਹਿੰਦੇ ਨਹੀਂ ਸਾਡੇ ਕੋਲ ਸਮਾਂ ਨਹੀਂ। ਖੁਦ ਜਾਓ, ਖੁਦ ਚੀਜ਼ਾਂ ਨੂੰ ਖਰੀਦੋ, ਖੁਦ ਪੜ੍ਹੋ। ਫਰੀ ਦੀ ਤਾਂ ਕੋਈ ਦਵਾਈ ਵੀ ਨਹੀਂ ਖਾਂਦਾ। ਮੁੱਲ ਉਸ ਦਿਨ ਪੈਂਦਾ ਹੈ ਚੀਜ਼ ਦਾ ਜਿਸ ਦਿਨ ਤੁਸੀਂ ਖੁਦ ਲੈ ਕੇ ਉਹਨੂੰ ਪੜ੍ਹੋਗੇ। ਪਰ ਉੱਥੇ ਜਾਣ ਲਈ ਪਹਿਲਾਂ ਤੁਹਾਨੂੰ ਗੁਰੂ ਨਾਲ ਪਿਆਰ ਪਾਉਣਾ ਪੈਣਾ। ਨਹੀਂ ਤੁਸੀਂ ਬਾਜ਼ਾਰ ਵਿੱਚੋਂ ਕੱਪੜਾ ਖਰੀਦੋਗੇ, ਮੁੜ ਆਵੋਗੇ। ਹੋਰ ਬੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਲੋੜ ਆ, ਉਹਨਾਂ ਦੀ ਵੀ ਲੋੜ ਆ, ਉਹ ਆਪਾਂ ਖਰੀਦਾਂਗੇ, ਮੁੜ ਆਵਾਂਗੇ, ਉਹਦੀ ਵੀ ਲੋੜ ਆ। ਅਸਲ ਚੀਜ਼ ਤੁਸੀਂ ਛੱਡ ਆਵੋਗੇ। ਬਾਜ਼ਾਰ ਜਾਓਗੇ, ਅਸਲ ਚੀਜ਼ ਤੁਸੀਂ ਭੁੱਲ ਆਓਗੇ। ਤਾਂ ਬਾਣੀ ਨੂੰ ਨਾ ਥੋੜਾ ਕਰਕੇ ਪੜ੍ਹੋ, ਸਮਝ ਕੇ ਪੜ੍ਹੋ। ਆਪਾਂ ਨੂੰ ਕੀ ਕਾਹਲੀ ਪਈ ਹੈ ਵੀ ਆਪਾਂ 38 ਪੌੜੀਆਂ ਕਾਹਲੀ ਨਾਲ ਪੜ੍ਹਨੀਆਂ ਨੇ। ਹੌਲੀ ਪੜ੍ਹ ਲਓ, ਸਮਝ ਪੜ੍ਹ ਲਓ ਤੇ ਤੁਹਾਨੂੰ ਪਤਾ ਨਹੀਂ ਲੱਗਣਾ। ਜਦੋਂ ਤੁਸੀਂ ਸਮਝ ਕੇ ਪੜ੍ਹਨ ਲੱਗ ਗਏ, ਜ਼ਿੰਦਗੀ ਵਿੱਚ ਤੁਹਾਡੀ ਕੋਈ ਸਮੱਸਿਆ ਆਈ ਆ, ਮੰਨ ਲਓ ਘਰਾਂ ਵਿੱਚ ਆਈ ਜਾਂਦੀਆਂ ਗੱਲਾਂ ਹੋਈ ਜਾਂਦੀਆਂ, ਤੁਸੀਂ ਉਹਨੂੰ ਸਹਿਣਾ ਸਿੱਖ ਜਾਓਗੇ। ਹੋਰ ਨਹੀਂ ਕੁਝ ਹੋਵੇਗਾ, ਪਰ ਸਹਿਣਾ ਤੁਹਾਨੂੰ ਆ ਜਾਏਗਾ। ਤੇ ਸਹਿਣਾ ਇਤਨਾ ਆ ਜਾਏਗਾ, ਕੋਈ ਵੀ ਦੁੱਖ ਆ ਜੇ ਤੁਸੀਂ ਉਹਨੂੰ ਕਹੋਗੇ ਤੇਰੀ ਰਜ਼ਾ, ਬਸ ਆਹ ਕਹਿ ਕੇ ਸਹਿ ਲਓਗੇ। ਤੇ ਇਹ ਬਹੁਤ ਵੱਡਾ ਗੁਣ ਆ ਬੰਦਿਆਂ ਵਿੱਚ। ਇਹ ਜਿਹੜੇ ਰੱਬ ਦੇ ਬੰਦੇ ਨੇ ਉਹਨਾਂ ਵਿੱਚ ਇੱਕ ਗੱਲ ਤੁਸੀਂ ਵੇਖਿਓ, ਉਹਨਾਂ ਕਹਿਣਾ ਜੋ ਕੀਤਾ ਠੀਕ, ਜੋ ਕਰ ਰਿਹਾ ਠੀਕ, ਜੋ ਕਰੇਗਾ ਠੀਕ। ਜਪਜੀ ਸਾਹਿਬ ਵਿੱਚੋਂ ਇੱਕ ਪੰਕਤੀ ਲੈ ਲਓ, ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਵੀ ਤੂੰ ਕਰੇਗਾ ਨਾ ਤੇ ਉਹ ਚੰਗਾ ਹੀ ਆ। ਇੱਦਾਂ ਫਿਰ ਤੁਸੀਂ ਨਾ ਜ਼ਿੰਦਗੀ ਜਿਹੜੀ ਤੁਹਾਡੀ ਆ ਘਰਾਂ ਵਿੱਚ ਆਪਣੇ ਇੱਦਾਂ ਕਿਉਂ ਹੁੰਦਾ, ਸਾਨੂੰ ਸਹਿਣਾ ਨਹੀਂ ਆਉਂਦਾ। ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਉਹਦੇ ਵਿੱਚ ਇੱਕ ਗੱਲ ਲਿਖੀ ਆ, ਧਿਆਨ ਨਾਲ ਸੁਣਿਓ। ਕਹਿੰਦੇ ਅੱਜ ਦੁੱਖ ਨਹੀਂ ਵਧੇ, ਦੁੱਖ ਤਾਂ ਪਹਿਲਾਂ ਵੀ ਸੀ, ਪਰ ਅੱਜ ਦਾ ਬੰਦਾ ਜਿਹੜਾ ਹੁਣ ਦਾ ਬੰਦਾ ਇੰਨਾ ਦੁਖੀ ਕਿਉਂ ਆ, ਇਹਨੂੰ ਸਹਿਣਾ ਨਹੀਂ ਆਉਂਦਾ। ਨਿੱਕੀ ਜੀ ਗੱਲ ਸਾਨੂੰ ਬਰਦਾਸ਼ਤ ਨਹੀਂ, ਭਾਵ ਅਸੀਂ ਕਰ ਨਹੀਂ ਸਕਦੇ। ਛੋਟੀ ਜੀ ਗੱਲ ਆ ਨਾ ਤੇ ਸਾਥੋਂ ਸਹੀ ਨਹੀਂ ਜਾਂਦੀ। ਕਿਉਂ? ਸਾਡਾ ਲੈਵਲ ਜਿਹੜਾ ਸਹਿਣਸ਼ੀਲਤਾ ਦਾ ਉਹ ਡਾਊਨ ਵੱਜ ਗਿਆ। ਦੁੱਖ ਪੁਰਾਣੇ ਸਮੇਂ 'ਚ ਵੀ ਸੀ, ਬਿਮਾਰੀਆਂ ਉਦੋਂ ਵੀ ਸੀ। ਗੁਰੂ ਹਰਕ੍ਰਿਸ਼ਨ ਜੀ ਵੇਲੇ ਹੈਜੇ ਦੀ ਬਿਮਾਰੀ ਤੇ ਚੇਚਕ ਦੀ ਬਿਮਾਰੀ ਫੈਲੀ ਸੀ ਬਹੁਤ ਜ਼ਿਆਦਾ, ਇੰਨਾ ਜ਼ਿਆਦਾ। ਦਿੱਲੀ 'ਚ
ਬਹੁਤ ਲਾਸ਼ਾਂ ਵਿਛ ਗਈਆਂ ਸੀ। ਗੁਰੂ ਸਾਹਿਬ ਜੀ ਉੱਥੇ ਗਏ ਤੇ ਉਹਨਾਂ ਬਚਾਇਆ। ਬਿਮਾਰੀਆਂ ਪਹਿਲਾਂ ਵੀ ਸੀ, ਉਦੋਂ ਬੰਦਿਆਂ ਨੂੰ ਸਹਿਣਾ ਆਉਂਦਾ ਸੀ, ਸਾਨੂੰ ਸਹਿਣਾ ਨਹੀਂ ਆਉਂਦਾ। ਹੁਣ ਤੁਸੀਂ ਪੁੱਛੋ ਵੀ ਸਹਿਣਾ ਕਿਉਂ ਨਹੀਂ ਆਉਂਦਾ? ਇਹਦਾ ਜਵਾਬ ਕੀ ਆ ਵੀ ਕਿਉਂ ਆਪਣੇ 'ਚ ਸਹਿਣਸ਼ੀਲਤਾ ਇੰਨੀ ਕਿਉਂ ਘਟ ਗਈ? ਅਸੀਂ ਉਹਦੀ ਸੰਗਤ ਕਰਨੀ ਛੱਡਤੀ ਜਿਹਦੇ ਵਿੱਚ ਬੜੀ ਸਹਿਣਸ਼ੀਲਤਾ। ਗੁਰੂ ਅਰਜਨ ਦੇਵ ਜੀ ਵਿੱਚ ਕਿੰਨੀ ਸਹਿਣਸ਼ੀਲਤਾ, ਤੱਤੀ ਤਵੀ 'ਤੇ ਬੈਠੇ ਨੇ, ਮੀਆਂ ਮੀਰ ਜੀ ਆਉਂਦੇ ਨੇ, ਕਹਿੰਦੇ ਜੀ ਇਹ ਕੀ ਹੋ ਗਿਆ, ਤੁਸੀਂ ਇੱਕ ਮੈਨੂੰ ਬਚਨ ਕਰੋ, ਮੈਂ ਇਹ ਸਾਰਾ ਸ਼ਹਿਰ ਗਰਕ ਕਰ ਦਿਆਂ, ਖਤਮ ਕਰ ਦਿਆਂ। ਉਹ ਕਹਿੰਦੇ ਨਹੀਂ, ਤੇਰਾ ਕੀ ਆ ਮੀਠਾ ਲੱਗੇ, ਜੋ ਰੱਬ ਕਰ ਰਿਹਾ ਠੀਕ। ਇਸ ਕਰਕੇ ਜਦੋਂ ਤੁਸੀਂ ਬਾਣੀ ਨੂੰ ਇਵੇਂ ਪੜ੍ਹਦੇ ਹੋ, ਵੱਡੀਆਂ ਵੱਡੀਆਂ ਮੁਸ਼ਕਿਲਾਂ ਨੂੰ ਤੁਸੀਂ ਹੱਲ ਕਰ ਲੈਂਦੇ ਹੋ ਆਪਦੀ ਸਹਿਣ ਸ਼ਕਤੀ ਦੇ ਨਾਲ, ਸਹਿਣਸ਼ੀਲਤਾ ਦੇ ਨਾਲ। ਦੁੱਖ ਨਹੀਂ ਵਧੇ, ਅੱਜ ਕੱਲ੍ਹ ਦੁੱਖ ਨਹੀਂ ਵਧੇ, ਸਹਿਣਸ਼ੀਲਤਾ ਘਟੀ ਆ। ਜਿਹਨੂੰ ਸਹਿਣਾ ਆ ਗਿਆ ਸਮਝੋ ਉਹਨੂੰ ਰਹਿਣਾ ਆ ਗਿਆ। ਤਾਂ ਤੀਰਥਾਂ 'ਤੇ ਜੇ ਤੁਸੀਂ ਜਾਂਦੇ ਵੀ ਹੋ ਚੰਗੀ ਗੱਲ ਆ, ਗੁਰਦੁਆਰਿਆਂ ਦੀ ਜਿਹੜੀ ਯਾਤਰਾ ਕਰਨੀ, ਪਰ ਜੇ ਤੁਸੀਂ ਉੱਥੇ ਜਾ ਕੇ ਵੀ ਬਾਣੀ ਨੂੰ ਸਮਝਣਾ ਨਹੀਂ ਸਿੱਖਦੇ, ਬਾਣੀ ਨੂੰ ਪੜ੍ਹਨਾ ਨਹੀਂ ਸਿੱਖਦੇ, ਫਿਰ ਉਹਦੇ ਕੋਈ ਅਰਥ ਨਹੀਂ ਰਹਿ ਜਾਂਦੇ। ਭਾਵ ਫਿਰ ਉਹ ਚੁੱਭੀ ਲਾਈ, ਬੰਦਾ ਬਾਹਰ ਆ ਗਿਆ, ਹਾਥੀ ਨਹਾਤਾ ਫਿਰ ਚਿੱਕੜ ਵਿੱਚ ਡੁੱਬ ਗਿਆ, ਫਿਰ ਨਹਾਤਾ ਫਿਰ ਡੁੱਬ ਗਿਆ, ਫਿਰ ਇੱਦਾਂ ਵਾਲੀ ਗੱਲ ਹੋ ਜਾਂਦੀ ਆ। ਅਤੇ ਸਾਚ ਨਾ ਲਾਗੈ ਮੈਲ ਕਿਆ ਮਲ ਧੋਈ ਹੈ, ਗੁਣਹਿ ਹਾਰ ਕੋ ਰੋਏ ਕਿਸ ਕੋ ਰੋਈ ਹੈ, ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨਾ ਆਵੇ, ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ, ਆਨੰਦ ਅਣਦਿਨ ਹਰਕ ਸਾਚਾ ਦੁਖ ਕਿਲ ਵਿਖ ਪਰ ਹਰੇ, ਸਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸਚ ਮਣੇ। ਜਿਨ੍ਹਾਂ ਦੇ ਅੰਦਰ ਗੁਣ ਹੁੰਦੇ ਨੇ ਉਹ ਰੋਂਦੇ ਨਹੀਂ, ਭਾਵ ਕਿ ਉਹ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਦੇਖ ਕੇ ਹਾਰਦੇ ਨਹੀਂ। ਜਿਨ੍ਹਾਂ ਕੋਲ ਗੁਣ ਹੁੰਦਾ, ਕਿਹੜਾ? ਸਹਿਣ ਸ਼ਕਤੀ ਦਾ। ਗੁਣਹਿ ਹਾਰ ਪਰੋਏ ਕਿਸ ਕੋ ਰੋਈ ਹੈ। ਜੇ ਮੰਨ ਲਓ ਤੁਹਾਡੇ ਵਿੱਚ ਗੁਣ ਆ, ਸਹਿਣਸ਼ੀਲਤਾ, ਤੁਹਾਨੂੰ ਸਹਿਣਾ ਆਉਂਦਾ। ਪੁਰਾਤਨ ਇੱਕ ਕਹਾਵਤ ਵੀ ਆ, ਇੱਕ ਚੁੱਪ ਤੇ 100 ਸੁੱਖ। ਵੀ ਜਿਹੜੇ ਬੰਦੇ ਨੂੰ ਕਿਸੇ ਦੀ ਗੱਲ ਸਹਿਣੀ ਆਉਂਦੀ ਆ ਚੁੱਪ ਕਰਕੇ, ਉਹ ਕਹਿਣ ਵਾਲਾ ਫਿਰ ਕਹੀ ਜਾਵੇ, ਸਹਿਣ ਵਾਲੇ ਨੂੰ ਕੋਈ ਫਰਕ ਨਹੀਂ ਪੈਂਦਾ, ਤਾਂ ਉਹਨੂੰ ਤਾਂ ਸੌਖਾ। ਜਿਹੜਾ ਉੱਚੀ ਉੱਚੀ ਬੋਲ ਕੇ ਉਹਨੂੰ ਸੁਣਾ ਰਿਹਾ ਉਹ ਤਪੀ ਜਾਂਦਾ। ਇਸ ਕਰਕੇ ਨਾ ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਗੁਰਬਾਣੀ ਤੁਹਾਨੂੰ ਸਿਖਾਉਂਦੀ ਆ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਛੋਟੇ ਹੋ ਗਏ। ਜੇ ਤੁਸੀਂ ਚੁੱਪ ਕਰ ਗਏ ਤੁਸੀਂ ਛੋਟੇ ਹੋ ਗਏ, ਬੋਲਣ ਵਾਲਾ ਬੋਲੀ ਜਾਂਦਾ, ਤੁਸੀਂ ਚੁੱਪ ਕਰ ਗਏ। ਇਹਦਾ ਅਰਥ ਇਹ ਆ, ਉਹਦੇ ਬੋਲਣ ਦਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਤੁਸੀਂ ਆਪਣਾ ਸੁਭਾਅ ਨਹੀਂ ਛੱਡ ਰਹੇ, ਉਹ ਬੰਦਾ ਵੀ ਆਪਣਾ ਸੁਭਾਅ ਨਹੀਂ ਛੱਡ ਰਿਹਾ। ਪਰ ਜੇ ਉਹ ਬੋਲ ਰਿਹਾ ਤੇ ਤੁਸੀਂ ਆਪਣੀ ਚੁੱਪ ਤਿਆਗਤੀ ਆ, ਤੁਸੀਂ ਉਹਨੂੰ ਬੋਲ ਰਹੇ ਹੋ ਅੱਗੋਂ, ਤਾਂ ਮਤਲਬ ਕਿ ਤੁਸੀਂ ਵੀ ਆਪਣਾ ਸੁਭਾਅ ਛੱਡਤਾ, ਤੁਸੀਂ ਵੀ ਉਹਦੇ ਵਰਗੇ ਬਣ ਗਏ। ਤਾਂ ਇੱਦਾਂ ਨਹੀਂ ਆਪਾਂ ਕਰਨਾ। ਇੱਕ ਕਹਾਣੀ ਮੈਂ ਪੜ੍ਹ ਰਿਹਾ ਸੀ, ਮਹਾਤਮਾ ਬੁੱਧ ਜੀ ਸਨ ਨਾ, ਅਤੇ ਉਹਨਾਂ ਦੇ ਨਾਲ ਆਨੰਦ ਸੀ, ਉਹਨਾਂ ਦਾ ਚੇਲਾ, ਜਾ ਰਹੇ ਸੀ। ਰਸਤੇ ਦੇ ਵਿੱਚ ਨਦੀ ਆਈ। ਨਦੀ ਜਿਹੜੀ ਸੀ, ਨਦੀ ਦੇ ਵਿੱਚ ਇੱਕ ਜ਼ਹਿਰੀਲਾ ਜਿਹੜਾ ਸੀ ਜੀਵ ਸੀ, ਜਿਹਨੂੰ ਆਪਾਂ ਬਿੱਛੂ ਕਹਿੰਦੇ, ਉਹ ਡਿੱਗ ਪਿਆ। ਬੁੱਧ ਜੀ ਨੇ ਉਹਨੂੰ ਕੱਢਿਆ ਬਾਹਰ, ਪਰ ਜਦੋਂ ਹੀ ਉਹ ਕੱਢਣ ਲੱਗਦੇ ਉਹ ਡੰਗ ਮਾਰਨ ਲੱਗਦਾ, ਅਤੇ ਫਿਰ ਛੱਡ ਦਿੰਦੇ, ਫਿਰ ਨਦੀ ਵਿੱਚ ਡਿੱਗ ਪੈਂਦਾ, ਫਿਰ ਪਾਣੀ 'ਚੋਂ ਕੱਢਦੇ, ਅਤੇ ਫਿਰ ਡੰਗ ਮਾਰਦਾ, ਫਿਰ ਥੱਲੇ ਪਾਣੀ ਵਿੱਚ ਡਿੱਗ ਪੈਂਦਾ। ਤਾਂ ਆਨੰਦ ਆ ਗਿਆ। ਕਹਿਣ ਲੱਗਾ, ਬੁੱਧ ਜੀ ਦੇਖੋ, ਤੁਸੀਂ ਵਾਰ-ਵਾਰ ਕਿਉਂ ਕਰ ਰਹੇ ਹੋ? ਭਾਵ ਉਹ ਤੁਹਾਨੂੰ ਡੰਗ ਮਾਰਦਾ, ਹਾਲਾਂਕਿ ਤੁਸੀਂ ਉਹਨੂੰ ਵਿਚਾਰ ਰਹੇ ਹੋ, ਤੁਸੀਂ ਉਹਨੂੰ ਛੱਡੋ ਪਰਾਂ। ਭਾਵ ਕਿ ਆਪਾਂ ਕਹਿੰਦੇ ਛੱਡ ਦੇ ਕੰਮ, ਉਹ ਕਹਿੰਦੇ ਨਹੀਂ, ਸਮਝਿਆ ਨਹੀਂ ਤੂੰ। ਆਨੰਦ ਇਹ ਆਪਦਾ ਸੁਭਾਅ ਨਹੀਂ ਛੱਡ ਰਿਹਾ, ਇਹ ਬਿੱਛੂ ਆ, ਇਹਨੇ ਡੰਗ ਮਾਰਨਾ, ਇਹਦਾ ਸੁਭਾਅ ਇੱਦਾਂ ਦਾ, ਕੁਦਰਤ ਨੇ ਇਹਨੂੰ ਇੱਦਾਂ ਦਾ ਬਣਾਇਆ। ਪਰ ਮੈਂ ਆਪਣਾ ਸੁਭਾਅ ਕਿਉਂ ਛੱਡਾਂ? ਇਹ ਆਪਦਾ ਸੁਭਾਅ ਨਹੀਂ ਛੱਡਦਾ। ਸੰਤ ਦਾ ਕੰਮ ਕੀ ਆ? ਬਚਾਉਣਾ। ਅਤੇ ਇੱਕ ਮੂੜ ਬੰਦੇ ਦਾ ਕੰਮ ਕੀ ਆ? ਹੰਕਾਰੀ ਬੰਦੇ ਦਾ ਕੰਮ ਕੀ ਆ? ਡੰਗ ਮਾਰਨਾ। ਇਹ ਡੰਗ ਮਾਰਨਾ ਨਹੀਂ ਛੱਡ ਸਕਦਾ, ਮੈਂ ਬਚਾਉਣਾ ਨਹੀਂ ਛੱਡ ਸਕਦਾ। ਇਹਦਾ ਸੁਭਾਅ ਜੋ ਆ ਇਹ ਪੱਕਾ, ਮੇਰਾ ਸੁਭਾਅ ਜੋ ਆ ਮੈਂ ਪੱਕਾ। ਇੱਦਾਂ ਦੇ ਬਣੋ ਨਾ। ਸੰਤ ਨਾ ਛਾਡੈ ਸੰਤਈ,
ਜੋ ਕੋਟਕ ਮਿਲੇ ਅਸੰਤ। ਕਬੀਰ ਸਾਹਿਬ ਜੀ ਕਹਿੰਦੇ ਸੰਤ ਆਪਦਾ ਸੰਤਪੁਣਾ ਨਹੀਂ ਛੱਡਦਾ। ਕਿੰਨੇ ਵੀ ਮਾੜੇ ਬੰਦੇ ਉਹਨੂੰ ਮਿਲ ਜਾਣ ਆ ਕੇ, ਤਾਂ ਇੱਦਾਂ ਦੇ ਤੁਸੀਂ ਬਣੋ। ਤੁਸੀਂ ਕਿਉਂ ਆਪਦਾ ਸੁਭਾਅ ਛੱਡਦੇ ਹੋ? ਮਾੜਿਆਂ ਨੂੰ ਦੇਖ ਕੇ, ਮਾੜਿਆਂ ਨਾਲ ਮਿਲ ਕੇ ਤੁਸੀਂ ਹੋ ਉਹ ਆ। ਇਹ ਬਾਣੀ ਸਾਨੂੰ ਦੱਸਦੀ ਆ। ਪਰ ਇਹ ਸਟੇਬਲ ਰਹਿਣ ਲਈ, ਇੱਕ ਜਗ੍ਹਾ ਅਚਲ ਰਹਿਣ ਲਈ, ਇਹਨੂੰ ਅਚਲ ਅਵਸਥਾ ਕਹਿੰਦੇ ਆ। ਭਾਵ ਮੇਰਾ ਸੁਭਾਅ ਮੰਨ ਲਓ ਬੁਰਾ ਹੈ, ਤੁਹਾਡਾ ਸੁਭਾਅ ਚੰਗਾ ਹੈ। ਬੁਰਾ ਬੰਦਾ ਤਾਂ ਬੁਰਾ ਸੁਭਾਅ ਛੱਡ ਹੀ ਨਹੀਂ ਨਾ ਰਿਹਾ, ਮੈਂ ਆਪਦਾ ਸੁਭਾਅ ਨਹੀਂ ਛੱਡ ਰਿਹਾ। ਅਤੇ ਜਦੋਂ ਮੈਂ ਤੁਹਾਨੂੰ ਮਿਲਾਂ ਅਤੇ ਮੈਂ ਤੁਹਾਡੇ ਨਾਲ ਬੁਰਾ ਵਿਵਹਾਰ ਕਰਾਂ, ਕੋਈ ਵੀ ਕਰੇ, ਤੁਸੀਂ ਆਪਦਾ ਸੁਭਾਅ ਕਿਉਂ ਛੱਡੋ? ਅੱਜ ਕੱਲ੍ਹ ਪਤਾ ਕਿਉਂ ਇੱਦਾਂ ਹੋ ਗਿਆ? ਬੁਰੇ ਲੋਕ ਜਿਹੜੇ ਨੇ ਉਹਨਾਂ ਨੇ ਆਪਦਾ ਸੁਭਾਅ ਨਹੀਂ ਛੱਡਿਆ, ਉਹ ਬੁਰੇ ਹੀ ਰਹਿ ਗਏ। ਚੰਗਿਆਂ ਨੇ ਆਪਦਾ ਸੁਭਾਅ ਛੱਡਤਾ। ਚੰਗੇ ਲੋਕਾਂ ਨੇ ਆਪਦਾ ਚੰਗਾਪਣ ਜਿਹੜਾ ਸੀ ਲੈ ਕੇ ਆਏ ਸੀ ਰੱਬ ਤੋਂ, ਛੱਡਤਾ। ਬੁਰਿਆਂ ਨੇ ਛੱਡਿਆ ਨਹੀਂ। ਲੋੜ ਇਹ ਸੀ ਕਿ ਬੁਰਾ ਬੰਦਾ, ਬੁਰਾ ਸੁਭਾਅ ਜਿਹੜਾ ਸੀ ਛੱਡ ਨਹੀਂ ਰਿਹਾ, ਚੰਗਾ ਬੰਦਾ ਵੀ ਕਿਉਂ ਛੱਡੇ? ਲੋੜ ਇਸ ਗੱਲ ਦੀ ਸੀ। ਤਾਂ ਭਗਤ ਕਬੀਰ ਸਾਹਿਬ ਜੀ ਵੀ ਤਾਂ ਹੀ ਕਹਿੰਦੇ ਨੇ ਸੰਤ ਨ ਛੱਡੈ ਸੰਤਈ। ਸੰਤਈ ਦਾ ਮਤਲਬ ਆ ਆਪਦਾ ਸੁਭਾਅ ਸੰਤਪੁਣਾ। ਸੰਤ ਕਦੇ ਵੀ ਆਪਦਾ ਸੁਭਾਅ ਨਹੀਂ ਛੱਡੇਗਾ। ਜੇ ਛੱਡੇਗਾ ਉਹ ਸੰਤ ਨਹੀਂ ਹੈਗਾ। ਸੰਤ ਨ ਛੱਡੈ ਸੰਤਈ, ਜੋ ਕੋਟਕ ਮਿਲੇ ਅਸੰਤ। ਭਾਵੇਂ ਕਰੋੜਾਂ ਹੀ ਉਹਨੂੰ, ਇੱਕ ਨਹੀਂ ਕਰੋੜਾਂ ਹੀ ਮਾੜੇ ਬੰਦੇ ਮਿਲ ਜਾਣ, ਉਹ ਨਹੀਂ ਛੱਡੇਗਾ, ਕਿਉਂਕਿ ਉਹ ਅਚਲ ਹੋ ਗਿਆ। ਇਹ ਚੀਜ਼ ਬਣਦੀ ਕਿਵੇਂ ਆ ਉਹ ਦੇਖਣਾ ਪਵੇਗਾ। ਆਪਾਂ ਬੜਾ ਸੌਖਾ ਕਹਿਤਾ ਸੰਤ ਆਪਦਾ ਸੁਭਾਅ ਨਹੀਂ ਛੱਡਦਾ, ਪਰ ਉਹਨੇ ਸੁਭਾਅ ਨਾ ਛੱਡਣਾ ਕਿੱਥੋਂ ਸਿੱਖਿਆ? ਉਹ ਸਿੱਖਿਆ ਕਿੱਥੋਂ? ਉਹਨੇ ਸਿਮਰਨ ਤੋਂ ਸਿੱਖਿਆ। ਕਿਉਂਕਿ ਵਾਹਿਗੁਰੂ ਸਦਾ ਇੱਕ ਸਾਰ ਆ, ਡੋਲਦਾ ਨਹੀਂ। ਬੰਦਾ ਜੇ ਕਵੇ ਮੈਂ ਡੋਲਣਾ ਨਹੀਂ ਜ਼ਿੰਦਗੀ ਵਿੱਚ, ਉਹਨੂੰ ਉਹਦੇ ਨਾਲ ਜੁੜਨਾ ਪਊਗਾ ਨਾ ਜਿਹੜਾ ਖੁਦ ਨਹੀਂ ਡੋਲਦਾ। ਤਾਂ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਸੰਗਤ ਕਰਦੇ ਹਾਂ, ਉਦੋਂ ਸਾਡੀ ਸੁਰਤ ਜਿਹੜੀ ਆ ਉਹ ਐਰਨ ਵਾਂਗ ਬਣ ਜਾਂਦੀ ਆ। ਉਹਦੇ ਭਾਵੇਂ ਜਿੰਨੇ ਮਰਜ਼ੀ ਹਥੌੜੇ ਪਈ ਜਾਣ ਸਮੱਸਿਆਵਾਂ ਦੇ, ਦੁੱਖਾਂ ਦੇ, ਉਹ ਨਹੀਂ ਹਿੱਲਦੀ ਨਾ। ਸਰੀਆ ਕੁੱਟੀ ਜਾਓ, ਉਹ ਨਹੀਂ ਹਿੱਲਦੀ, ਉਹ ਤਾਂ ਉੱਥੇ ਹੀ ਟਿਕ ਗਿਆ। ਜਿਸ ਦਿਨ ਤੁਸੀਂ ਬਾਣੀ ਨਾਲ ਜੁੜ ਜਾਂਦੇ ਹੋ, ਉਸ ਦਿਨ ਆਪਣੀ ਮੱਤ ਤੁਹਾਡੀ ਤੇ ਮੇਰੀ ਇੱਕ ਉਹਦੇ ਵਾਂਗ ਬਣ ਜਾਂਦੀ, ਐਰਨ ਵਾਂਗ। ਹੁਣ ਕੁੱਟੀ ਚੱਲੋ, ਉੱਤੇ ਕੁਝ ਵੀ ਕੁੱਟੀ ਚੱਲੋ। ਇਸ ਕਰਕੇ ਮਹਾਰਾਜ ਕਹਿੰਦੇ ਆ ਸਿਮਰਨ ਦੀ ਬੰਦੇ ਨੂੰ ਲੋੜ ਆ। ਇਸ ਕਰਕੇ ਨਹੀਂ ਕਿ ਉਹਨੇ ਧਾਰਮਿਕ ਹੋਣਾ, ਇਸ ਕਰਕੇ ਕਿ ਉਹਦੇ ਜੀਵਨ ਵਿੱਚ ਜੋ ਵੀ ਆਵੇਗਾ, ਉਹ ਘਰ ਵਿੱਚ ਕੰਮ ਕਰ ਰਿਹਾ ਉਦੋਂ ਵੀ ਉਹਨੂੰ ਸਿਮਰਨ ਦੀ ਲੋੜ ਆ। ਉਹ ਕੰਮ 'ਤੇ ਜਾ ਰਿਹਾ, ਕੋਈ ਸਰਕਾਰੀ ਡਿਊਟੀ ਕਰਦਾ, ਉਦੋਂ ਵੀ ਉਹਨੂੰ ਉਹਦੀ ਲੋੜ ਆ। ਇੰਸਪੈਕਟਰ ਹੋਣਾ, ਪਹਿਲਾਂ ਮੈਂ ਬਹੁਤ ਵਾਰੀ ਗੱਲ ਕਿਹਾ ਵੀ ਹੋਰ ਗੱਲ ਆ। ਵਕੀਲ ਹੋਣਾ ਹੋਰ ਗੱਲ ਆ। ਪੜ੍ਹਨਾ ਲਿਖਣਾ ਵਧੀਆ ਗੱਲ ਆ। ਵਕੀਲ ਹੋਣ ਦੇ ਨਾਲ ਇੱਕ ਚੰਗਾ ਇਨਸਾਨ ਹੋਣਾ, ਉਹ ਤੁਹਾਨੂੰ ਸਿਮਰਨ ਬਣਾਊਗਾ। ਵਕੀਲ ਬਹੁਤ ਨੇ ਪਰ ਚੰਗੇ ਵਕੀਲ ਕਿੰਨੇ ਨੇ? ਜੱਜ ਬਹੁਤ ਨੇ, ਚੰਗੇ ਜੱਜ ਕਿੰਨੇ ਨੇ? ਇੰਸਪੈਕਟਰ ਬਹੁਤ ਨੇ, ਚੰਗੇ ਇੰਸਪੈਕਟਰ ਕਿੰਨੇ ਨੇ? ਘਰਾਂ ਘਰਾਂ ਵਿੱਚ ਆਪਾਂ ਵੇਖਦੇ ਹਾਂ ਲੋਕ ਕਿੰਨੇ ਨੇ, ਚੰਗੇ ਲੋਕ ਕਿੰਨੇ ਨੇ? ਤਾਂ ਕੋਈ ਪਦਵੀ ਹਾਸਲ ਕਰ ਲੈਣੀ ਇਹ ਏਡੀ ਗੱਲ ਨਹੀਂ ਹੁੰਦੀ। ਪਦਵੀ 'ਤੇ ਬਹਿ ਕੇ ਚੰਗੇ ਕੰਮ ਕਰ ਲੈਣੇ, ਇਹ ਅਸਲੀ ਗੱਲ ਹੁੰਦੀ ਆ। ਅਤੇ ਮਹਾਰਾਜਾ ਦਲੀਪ ਸਿੰਘ ਦਾ ਇੱਕ ਬਚਨ ਸੀ ਬਹੁਤ ਪਿਆਰਾ। ਮਹਾਰਾਜਾ ਰਣਜੀਤ ਸਿੰਘ ਦਾ ਵੀ ਇੱਕ ਬਚਨ ਆ, ਸ਼ੇਰੇ ਪੰਜਾਬ ਜੀ ਦਾ। ਕਹਿੰਦੇ ਹੁੰਦੇ ਸੀ ਕਿ ਪਦਵੀ ਮਾਨਣ ਨਾਲੋਂ ਪਰਜਾ ਦੀ ਸੇਵਾ ਕਰਨਾ ਬਿਹਤਰ ਆ। ਦੇਖੋ, ਮੰਨ ਲਓ ਤੁਸੀਂ ਕੋਈ ਪਦਵੀ ਤੁਹਾਨੂੰ ਮਿਲੀ ਆ, ਉਹਦੇ ਨਾਲੋਂ ਤਾਂ ਕਹਿੰਦੇ ਕਿਸੇ ਮਨੁੱਖ ਦੀ ਸੇਵਾ ਕਰ ਲੈਣੀ ਬਿਹਤਰ ਆ ਜੇ ਤੁਸੀਂ ਪਦਵੀ ਨੂੰ ਬਹਿ ਕੇ ਕਿਸੇ ਤਖਤ 'ਤੇ ਚੰਗਾ ਹੀ ਨਹੀਂ ਕਰਨਾ। ਇਹ ਉਹਨਾਂ ਦੇ ਬਚਨ ਨੇ। ਤਾਂ ਇਤਿਹਾਸ ਸਾਨੂੰ ਇਹ ਚੀਜ਼ਾਂ ਨਾਲ ਜੋੜਦਾ। ਗੁਰੂ ਮਹਾਰਾਜ ਅੱਜ ਬਾਬਾ ਨਾਨਕ ਜੀ ਬਸ ਕਹਿੰਦੇ ਨੇ ਅਸਲੀ ਤੀਰਥ ਕੀ ਆ? ਬਾਣੀ ਨੂੰ ਪੜ੍ਹਨਾ, ਤੀਰਥ ਸ਼ਬਦ ਵਿਚਾਰ, ਤੀਰਥ ਨਾਮ ਹੈ। ਬਸ ਭਜਨ ਬੰਦਗੀ ਹੀ ਇਹ ਅਸਲੀ ਤੀਰਥ ਆ। ਤੀਰਥਾਂ 'ਤੇ ਜਾਓ, ਜੀ ਸਦਕੇ ਜਾਓ, ਗੁਰਧਾਮਾਂ ਦੇ ਤਖਤਾਂ ਦੇ ਦਰਸ਼ਨ ਕਰੋ, ਬਹੁਤ ਚੰਗੀ ਗੱਲ ਆ। ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰੋ। ਪਰ ਉਹਨਾਂ ਵੀ ਤੁਹਾਨੂੰ ਇਹ ਕਹਿਣਾ, ਉਹਨਾਂ ਵੀ ਇੱਕ ਗੱਲ ਕਹਿਣੀ ਆ, ਉਹਨਾਂ ਨੇ ਕਹਿਣਾ ਬੰਦਗੀ ਕਰੋ, ਭਜਨ ਕਰੋ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਮੈਂ ਉਦਾਸ ਹੋ ਜਾਂਦਾ।
ਉਹ ਇੱਕ ਜਗ੍ਹਾ ਹੀ ਕਹਿੰਦੇ ਨੇ, ਮੈਂ ਉਦਾਸ ਬਹੁਤ ਹਾਂ ਇਸ ਗੱਲ ਤੋਂ ਲੈ ਕੇ, ਕਹਿ ਕਬੀਰ ਹੋਂ ਭਇਆ ਉਦਾਸ। ਕਹਿੰਦੇ ਮੈਂ ਨਿਰਾਸ਼ ਹੋ ਜਾਂਦਾ। ਕਿਸੇ ਨੇ ਪੁੱਛਿਆ ਕਿਉਂ ਹੋ ਜਾਂਦੇ ਹੋ ਕਬੀਰ ਜੀ, ਤੁਸੀਂ ਸੈਡ ਕਿਉਂ ਹੋ ਜਾਂਦੇ ਹੋ? ਉਹ ਕਹਿੰਦੇ ਮੈਂ ਇਸ ਗੱਲੋਂ, ਤੀਰਥ ਵੱਡਾ ਕਿ ਹਰ ਕਾ ਦਾਸ। ਦੁਨੀਆ ਦੇ ਲੋਕ ਕਹਿੰਦੇ ਨੇ ਤੀਰਥਾਂ ਤੇ ਜਾਣਾ, ਉੱਥੇ ਚੁੱਭੀ ਲਾਉਣੀ ਆ, ਮੁੜ ਆਉਣਾ। ਕਹਿੰਦੇ ਉਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਕਿ ਤੀਰਥ ਤਾਂ ਇਹੀ ਗੱਲ ਆਖਣਗੇ, ਤੀਰਥਾਂ ਕਿਵੇਂ ਬਣੇ, ਧਾਰਮਿਕ ਸਥਾਨ ਬਣੇ ਕਿਵੇਂ? ਉੱਥੇ ਕੋਈ ਰੱਬ ਦਾ ਪਿਆਰਾ ਗਿਆ, ਉਹਨੇ ਬੰਦਗੀ ਕੀਤੀ ਤੇ ਉਹ ਤੀਰਥ ਬਣ ਗਿਆ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਕਹਿੰਦੇ ਲੋਕ ਇਹ ਗੱਲ ਨੂੰ ਭੁੱਲ ਜਾਂਦੇ ਨੇ ਵੀ ਉੱਥੇ ਕੋਈ ਰੱਬ ਦਾ ਪਿਆਰਾ ਗਿਆ ਸੀ, ਉਹਨੇ ਭਜਨ ਬੰਦਗੀ ਕੀਤੀ ਸੀ, ਤਾਂ ਉਹ ਜਗ੍ਹਾ ਪੂਜਣਯੋਗ ਬਣੀ ਆ। ਵੀ ਅਸਲੀ ਚੀਜ਼ ਬੰਦਗੀ ਆ, ਅਸਲੀ ਚੀਜ਼ ਨਾਮ ਆ। ਲੋਕ ਕਹਿੰਦੇ ਤੀਰਥ ਤੇ ਜਾਂਦੇ ਨੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਮੁੜ ਆਉਂਦੇ ਨੇ ਵਾਪਸ, ਤੇ ਉਹ ਸੋਚਦੇ ਨੇ ਬਸ ਇੰਨੇ 'ਚ ਕੰਮ ਖਤਮ ਹੋ ਗਿਆ। ਇਸ ਕਰਕੇ ਮੈਂ ਉਦਾਸ ਹਾਂ। ਕਹਿ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕੇ ਹਰ ਕਾ ਦਾਸ। ਕਬੀਰ ਸਾਹਿਬ ਜੀ ਕਹਿੰਦੇ ਲੋਕ ਸਮਝ ਨਹੀਂ ਪਾ ਰਹੇ, ਤੀਰਥਾਂ ਤੇ ਜਾਣ ਦਾ ਅਸਲੀ ਮਕਸਦ ਇਹ ਆ ਵੀ ਉੱਥੇ ਜਾ ਕੇ ਅਸੀਂ ਸਿੱਖੀਏ ਕਿ ਇਹ ਰੂਹਾਂ ਉਹ ਸੀ ਜਿਨ੍ਹਾਂ ਬੰਦਗੀ ਕੀਤੀ ਆ, ਕਿ ਉੱਥੋਂ ਜਾਣਾ ਮੁੜ ਆਉਣਾ, ਸਿੱਖਣਾ ਹੀ ਕੁਝ ਨਹੀਂ। ਫਿਰ ਤੁਸੀਂ ਉਹ ਤੁੰਮੜੀ ਹੋ ਜਿਹਨੂੰ ਜਿੰਨਾ ਮਰਜ਼ੀ ਨਹਾਲੋ ਪਰ ਉਹਦੀ ਕੜੱਤਣ ਨਹੀਂ ਜਾਂਦੀ। ਅੱਗੇ ਕਹਿੰਦੇ ਨੇ ਸੰਗਤ ਮੀਤ ਮਿਲਾਪ ਪੂਰਾ ਨਾਵ ਨੂੰ। ਸੰਗਤ ਵਿੱਚ ਬਹਿ ਕੇ 24 ਘੰਟਿਆਂ ਵਿੱਚੋਂ ਅੱਧਾ ਘੰਟਾ ਕੱਢ ਕੇ, 24 ਮਿੰਟ ਕੱਢ ਕੇ, 24 ਘੰਟੇ ਨੇ, 24 ਘੰਟਿਆਂ 'ਚੋਂ 24 ਮਿੰਟ ਕੱਢ ਕੇ ਜਦੋਂ ਤੁਸੀਂ ਗੁਰੂਦੁਆਰੇ ਆਉਂਦੇ ਹੋ, ਭਜਨ ਬੰਦਗੀ ਵਿੱਚ ਜੁੜਦੇ ਹੋ, ਗਾਵੇ ਗਾਵਣਹਾਰ ਸ਼ਬਦ ਸੁਹਾਵਣ, ਉਹਦੇ ਗੁਣ ਗਾਉਂਦੇ ਹੋ, ਉਹਦੇ ਨਾਲ ਤੁਹਾਨੂੰ ਜ਼ਿੰਦਗੀ ਮਿਲਦੀ ਆ, ਉਹਦੇ ਨਾਲ ਤੁਹਾਨੂੰ ਜੀਵਨ ਮਿਲਦਾ, ਰੂਹਾਨੀਅਤ ਮਿਲਦੀ ਆ। ਤਾਂ ਇਹੀ ਤਾਂ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਸੀ। ਆਖਣ ਤੋਟ ਨਾ ਭਗਤ ਭੰਡਾਰੀ, ਭਰਪੁਰ ਰਹਿਆ ਸੋਈ। ਕਹਿਣ ਨੂੰ ਤਾਂ ਬਹੁਤ ਜਾਣੇ ਆ, ਕਹਿੰਦੇ ਨੇ ਕਿ ਪਰਮਾਤਮਾ ਬਹੁਤ ਵੱਡਾ, ਬਹੁਤ ਵੱਡਾ, ਪਰ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਇਸ ਕਰਕੇ ਨਾਨਕ ਸਾਚ ਕਹਿ ਬੇਨੰਤੀ, ਮਨ ਮਾਂਝੈ ਸੱਚ ਸੋਈ। ਇਸ ਕਰਕੇ ਅਸਲੀ ਚੀਜ਼ ਮਨ ਨੂੰ ਮਾਂਜਣਾ ਹੀ ਹੁੰਦਾ। ਬਾਹਰੋਂ ਪਿੰਡਾ ਧੋਣਾ, ਸਰੀਰ ਦੀ ਸਫਾਈ ਰੱਖਣੀ ਬਹੁਤ ਚੰਗੀ ਗੱਲ ਆ, ਇਹ ਵੀ ਮਾੜੀ ਗੱਲ ਨਹੀਂ, ਇਹਨੂੰ ਵੀ ਕੱਟਿਆ ਨਹੀਂ ਜਾ ਸਕਦਾ। ਪਰ ਜਦੋਂ ਤੁਸੀਂ ਸਿਰਫ ਤੇ ਸਿਰਫ ਸਰੀਰ ਵੱਲ ਹੀ ਧਿਆਨ ਦੇਈ ਜਾਂਦੇ ਹੋ, ਪਰ ਜੋ ਤੁਹਾਡੇ ਸਰੀਰ ਦੇ ਅੰਦਰ ਹੈ ਉਹਦੇ ਵੱਲ ਤੁਸੀਂ ਜਰਾ ਵੀ ਗੌਰ ਨਹੀਂ ਕਰਦੇ, ਉਦੋਂ ਬੜੀ ਮਾੜੀ ਗੱਲ ਆ। ਸਵੇਰੇ ਉੱਠਣਾ, ਇਸ਼ਨਾਨ ਕਰਨਾ, ਗੁਰੂ ਘਰੇ ਆਉਣਾ, ਗੁਰੂ ਘਰੇ ਮੱਥਾ ਟੇਕ ਕੇ ਵਾਪਸ ਮੁੜ ਜਾਣਾ ਬਹੁਤ ਚੰਗੀ ਆਦਤ ਆ। ਇਹਦੇ ਵਰਗੀ ਕੋਈ ਦੁਨੀਆ ਦੀ ਸੋਹਣੀ ਆਦਤ ਨਹੀਂ ਹੋਣੀ। ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ ਤੇ ਆਪਣੇ ਸਰੀਰ ਦੀ ਸਫਾਈ ਰੱਖਣੀ ਤੇ ਗੁਰੂਦੁਆਰੇ ਆਉਣਾ ਦੁਨੀਆ ਦੀ ਸਭ ਤੋਂ ਚੰਗੀ ਆਦਤ ਹੈ। ਪਰ ਇਹ ਆ ਕੇ ਜੇ ਤੁਸੀਂ ਮਨ ਵੱਲ ਧਿਆਨ ਨਹੀਂ ਦਿੰਦੇ, ਫਿਰ ਉਹ ਇਵੇਂ ਹੀ ਆ ਕਿ ਤੁਸੀਂ ਸਕੂਲ ਵਿੱਚ ਆ ਰਹੇ ਹੋ, ਸਕੂਲ ਦੇ ਬਾਰ-ਬਾਰ ਗੇੜੇ ਕੱਢ ਰਹੇ ਹੋ, ਪਰ ਤੁਸੀਂ ਅੰਦਰ ਜਿਹੜੀ ਵਿੱਦਿਆ ਪੜ੍ਹਾਈ ਜਾਂਦੀ ਆ ਉੱਥੇ ਤੁਸੀਂ ਹਾਜ਼ਰ ਨਹੀਂ ਹੋ। ਤਾਂ ਇਹ ਤੁਸੀਂ ਜ਼ਰੂਰ ਆਪਾਂ ਸਿੱਖਿਆ ਲੈਣੀ ਆ ਗੁਰੂ ਦੀ ਬਾਣੀ ਤੋਂ, ਵੀ ਅਸਲੀ ਤੀਰਥ ਤਾਂ ਇਹ ਆ ਕਿ ਭਜਨ ਬੰਦਗੀ ਆ, ਨਾਮ ਆ। ਤਾਂ ਇੱਕ ਬੇਨਤੀ ਜ਼ਰੂਰ ਆ ਤੁਹਾਡੇ ਚਰਨਾਂ ਵਿੱਚ, ਤੁਸੀਂ ਜਦੋਂ ਰਾਏਕੋਟ ਜਾਓਗੇ, ਸ਼ਹਿਰ ਆਪਣੇ ਲਾਗੇ, ਆਪਾਂ ਸਾਰੀਆਂ ਚੀਜ਼ਾਂ ਲੈ ਕੇ ਆਉਂਦੇ ਹਾਂ, ਰਾਸ਼ਨ ਵੀ ਲੈ ਕੇ ਆਉਂਦੇ ਹਾਂ। ਬੱਚਿਆਂ ਨੂੰ ਜ਼ਰੂਰ ਬੇਨਤੀ ਆ, ਜਿਹੜੇ ਬੱਚੇ ਆਉਂਦੇ ਨੇ ਨਾ, ਕਿਉਂਕਿ ਛੇਤੀ ਇਹਨਾਂ ਦਾ ਜਿਹੜਾ ਮਨ, ਜਿਹੜਾ ਦਿਮਾਗ, ਜਿਹੜਾ ਹਜੇ ਪੂਰਾ ਭਾਵ ਕਿ ਇੱਧਰ ਜੁੜ ਸਕਦਾ, ਕੋਈ ਜ਼ਿੰਮੇਵਾਰੀਆਂ ਨਹੀਂ। ਜ਼ਿੰਮੇਵਾਰ ਬੰਦਾ ਵੀ ਕਰ ਸਕਦਾ, ਕਿਉਂਕਿ ਜ਼ਿੰਮੇਵਾਰੀਆਂ ਤੋਂ ਮੁਕਤ ਉਦੋਂ ਹੀ ਹੋਇਆ ਜਾ ਸਕਦਾ ਜਦੋਂ ਤੁਸੀਂ ਜ਼ਿੰਮੇਵਾਰੀ ਨਿਭਾਓਗੇ। ਰਾਏਕੋਟ ਜਾਓ ਕਦੇ, ਕਿਤਾਬਾਂ ਵਾਲੀਆਂ 3-4 ਦੁਕਾਨਾਂ ਉੱਥੇ ਘੱਟੋ ਘੱਟ ਵਧੀਆ ਚੰਗੀਆਂ ਜਿਹੜੀਆਂ, ਉੱਥੇ ਜਾ ਕੇ ਉਹਨਾਂ ਨੂੰ ਕਹੋ ਜਪਜੀ ਸਾਹਿਬ ਦੇ ਜਿਹੜੇ ਅਰਥਾਂ ਵਾਲਾ ਇੱਕ ਗੁਟਕਾ ਸਾਹਿਬ ਆਉਂਦਾ ਹੈ, ਇੱਕ ਕਿਤਾਬ ਆਉਂਦੀ ਆ ਸਟੀਕ ਦੇ ਰੂਪ ਦੇ ਵਿੱਚ, ਵੀ ਉਹ ਸਾਨੂੰ ਦਿਓ ਪੜ੍ਹਨ ਨੂੰ। ਉਹਨੂੰ ਘਰੇ ਲਿਆਓ, ਉਹਨੂੰ ਹੌਲੀ ਹੌਲੀ ਪੜ੍ਹੋ।
ਜਦੋਂ ਤੁਹਾਨੂੰ ਇਹ ਚੀਜ਼ਾਂ ਫ੍ਰੀ ਦੇ ਦਿੱਤੀਆਂ ਜਾਂਦੀਆਂ, ਟਰਸਟਾਂ ਬਣੀਆਂ ਹੋਈਆਂ ਨੇ, ਪਰ ਉਦੋਂ ਉਹਦਾ ਮੁੱਲ ਨਹੀਂ ਪੈ ਰਿਹਾ। ਇਹ ਚੀਜ਼ਾਂ ਵੇਖੀਆਂ ਜਾ ਰਹੀਆਂ ਨੇ। ਪੋਥੀ ਸਾਹਿਬ ਬੱਚਿਆਂ ਨੂੰ ਦਿੱਤੀਆਂ, ਇਹਨਾਂ ਵਾਪਸ ਕਰਤੀਆਂ ਗੁਰਦੁਆਰਾ ਸਾਹਿਬ 'ਚ। ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਵਾਪਸ ਕੀਤੀਆਂ, ਕੋਈ ਮਿਹਣਾ ਨਹੀਂ, ਇੱਕ ਬਸ ਗੁਰੂ ਦੀ ਇੱਕ ਵਿਚਾਰ ਆ ਵੀ ਬੱਚਿਆਂ ਨੂੰ ਦਿੱਤੀਆਂ ਗਈਆਂ, ਸਕੂਲਾਂ 'ਚ ਵੰਡਤੀਆਂ, ਉਹਦੀ ਕਦਰ ਹੀ ਨਹੀਂ ਸਮਝ ਪਾਏ ਨਿਆਣੇ ਜਿਹੜੇ ਸਾਡੇ ਬੱਚੇ ਸੀ, ਉਹਨਾਂ ਮੋੜਤੀਆਂ। ਇੱਥੇ ਗੁਰਦੁਆਰਾ ਸਾਹਿਬ ਅਲਮਾਰੀਆਂ ਭਰੀਆਂ ਪਈਆਂ, ਉਹਨਾਂ ਕੌਣ ਪੜ੍ਹਦਾ ਉਹਨਾਂ ਨੂੰ? ਉਹ 1430 ਅੰਗ ਨੇ। ਤੁਸੀਂ ਇੱਦਾਂ ਕਰੋ, ਇੰਨਾ ਨਾ ਸ਼ੁਰੂ ਕਰੋ। ਜਪਜੀ ਸਾਹਿਬ ਦੇ ਅਰਥਾਂ ਵਾਲਾ ਗੁਟਕਾ ਸਾਹਿਬ ਜਾਂ ਇੱਕ ਕਿਤਾਬ ਆਉਂਦੀ ਆ, ਉਹਨੂੰ ਕਿਹਾ ਜਾਂਦਾ ਟੀਕਾ, ਜਪਜੀ ਸਾਹਿਬ ਦਾ ਟੀਕਾ। ਉਹ ਉੱਥੋਂ ਖਰੀਦ ਕੇ ਲਿਆਓ। 250-300 ਰੁਪਈਆ ਕੀ ਹੁੰਦਾ, ਡਾਕਟਰਾਂ ਨੂੰ ਦੇ ਦਿੰਦੇ ਆ। ਗੱਲ ਪਿਆਰ ਦੀ ਹੁੰਦੀ ਆ, ਤੁਸੀਂ ਜ਼ਰੂਰ ਖਰੀਦੋ ਭਾਈ, ਘਰਾਂ ਵਿੱਚ ਲਿਆਓ। ਉਹਦੀਆਂ ਪਹਿਲਾਂ 2 ਪੌੜੀਆਂ ਦੇ ਅਰਥ ਪੜ੍ਹ ਲਓ ਪਹਿਲੇ ਹਫ਼ਤਾ, ਫਿਰ ਅਗਲੇ ਹਫ਼ਤੇ ਵਿੱਚ ਅਗਲੀਆਂ 2 ਦੇ ਅਰਥ ਪੜ੍ਹੋ, ਸਮਝ ਕੇ ਪੜ੍ਹੋ। ਇਹ ਲਗਾਉਣ ਵਾਲੀ ਚੀਜ਼ ਨਹੀਂ। ਇੱਦਾਂ ਇੱਕ ਦਰਦ ਹੁੰਦਾ ਕਿ ਸਾਡੇ ਬੱਚਿਆਂ ਨੂੰ ਗੁਰੂਆਂ ਦੇ ਨਾਂ ਨਹੀਂ ਪਤਾ। ਕਈ ਵਾਰੀ ਬੱਚੇ ਗੁਰਦੁਆਰੇ ਆ ਜਾਂਦੇ ਆ, ਮੈਂ ਉਹਨਾਂ ਤੋਂ ਪੁੱਛਿਆ ਵੀ 10 ਗੁਰੂਆਂ ਦੇ ਨਾਂ ਸੁਣਾਇਓ, ਉਹਨਾਂ ਨੂੰ ਆਉਂਦੇ ਹੀ ਨਹੀਂ। ਜੇ ਆਉਂਦੇ ਵੀ ਨੇ ਤਾਂ ਭੁੱਲ ਜਾਂਦੇ ਨੇ, ਉਹ ਲੜੀਵਾਰ ਨਹੀਂ ਸੁਣਾ ਪਾਉਂਦੇ। ਇਹਨੂੰ ਬਹੁਤ ਧਿਆਨ ਦੇਣ ਦੀ ਲੋੜ ਆ। ਉਹ ਤੁਹਾਡੇ ਹੀ ਪੋਤੇ ਨੇ, ਤੁਹਾਡੀਆਂ ਹੀ ਪੋਤੀਆਂ ਨੇ। ਗੁਰਸਿੱਖ ਪਿਆਰਿਓ, ਇੱਕ ਦਰਦ ਹੁੰਦਾ ਹੈ ਹਰ ਇੱਕ ਦੇ ਅੰਦਰ ਹੋਵੇ ਵੀ ਸਾਨੂੰ ਕਿਉਂ ਨਹੀਂ ਆ ਰਿਹਾ ਸਾਡੇ ਬੱਚਿਆਂ ਨੂੰ। ਤੁਸੀਂ ਥੋੜ੍ਹਾ ਜਿਹਾ ਹੰਬਲਾ ਮਾਰੋ। ਪੈਸੇ ਪੂਸੇ ਤਾਂ ਇਹ ਪਰਮਾਤਮਾ ਦੀਆਂ ਦਾਤਾਂ ਨੇ, ਆਉਂਦੇ ਜਾਂਦੇ ਹੀ ਰਹਿੰਦੇ ਨੇ। ਸਭ ਕੁਝ ਆ ਸਾਡੇ ਕੋਲੇ। ਜੇ ਜਪਜੀ ਸਾਹਿਬ ਨਾ ਹੋਇਆ, ਸਮਝ ਲਓ ਰੁਲ ਜਾਂਗੇ। ਇਹ ਇੱਕ ਬੇਨਤੀ ਆ ਭਾਈ, ਜੇ ਕੋਈ ਭੁੱਲ ਹੋ ਗਈ ਹੋਵੇ ਆਪਦਾ ਬੱਚਾ ਸਮਝ ਕੇ ਮਾਫ਼ ਕਰ ਦਿਓ, ਪਰ ਜ਼ਰੂਰ ਇਹਨਾਂ ਗੱਲਾਂ ਵੱਲ ਧਿਆਨ ਦੇਵੋ। ਗੁਰੂ ਮਹਾਰਾਜ ਸਾਡੇ 'ਤੇ ਕਿਰਪਾ ਹੀ ਕਰਨ, ਤਰਸ ਕਰਨ। ਆਓ ਹੁਣ ਆਪਾਂ ਪਿਆਰ ਦੇ ਨਾਲ, ਜਿਵੇਂ ਭਗਤ ਜੀ ਕਹਿੰਦੇ ਨੇ ਵੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਸਿਮਰਨ ਬਹੁਤ ਜ਼ਰੂਰੀ ਆ। ਉਹਦੀ ਯਾਦ, ਸਿਮਰਨ ਕੀ ਆ? ਉਹਦੀ ਯਾਦ। 2 ਮਿੰਟ ਲਈ ਉਹਦੀ ਯਾਦ ਵਿੱਚ ਬੈਠੀਏ ਅਤੇ ਅੱਗੇ ਅਰਦਾਸ ਬੇਨਤੀ ਕਰੀਏ, ਮਹਾਰਾਜ ਸਾਨੂੰ ਸਮੱਤ ਹੀ ਬਖਸ਼ੋ ਅਤੇ ਆਪਣਾ ਪਿਆਰ ਬਖਸ਼ੋ ਜੀ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਜੀ ਦੀ ਸ਼ਾਨ ਬੜੀ ਉੱਚੀ ਹੈ। ਬੋਲਦਿਆਂ ਇੱਕ ਨਹੀਂ, ਬਹੁਤ ਬਹੁਤ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲਵੋ ਜੀ। ਆਓ ਰਲ ਕੇ ਕਹਿ ਲਈਏ, ਵਾਹਿਗੁਰੂ ਜੀ। ਦੇਹੋ ਸੱਜਣ ਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ